हाँ जी MSc ਦਾ ਨੈਕਸਟ ਅਸੀਂ ਚੈਪਟਰ ਸ਼ੁਰੂ ਕਰਾਂਗੇ 4th ਚੈਪਟਰ ਦੇ ਵਿੱਚ ਆਊਟਪੁੱਟ ਪ੍ਰਿਮਿਟਿਵਸ ਦੇ ਵਿੱਚ ਮੇਨ ਇਸ ਦੇ ਵਿੱਚ ਅਸੀਂ ਐਲਗੋਸ ਕਰਾਂਗੇ ਲਾਈਨ ਡਰਾਇੰਗ ਐਲਗੋਰਿਦਮ ਸਰਕਲ ਡਰਾਇੰਗ ਐਲਗੋਰਿਦਮ ਜਾਂ ਐਲਿਪਸ ਡਰਾਇੰਗ ਐਲਗੋਰਿਦਮ। ਤਾਂ ਇਸ ਦੇ ਵਿੱਚ ਹੋਰ ਕੁਛ ਨਹੀਂ ਪੁੱਤ ਬੇਸਿਕਸ ਤੋਂ ਸ਼ੁਰੂ ਕਰਦੇ ਹੋਏ ਅਸੀਂ ਇਹ ਚੀਜ਼ਾਂ ਮਤਲਬ ਸਮਝਾਂਗੇ ਕਿ ਸਪੋਜ਼ ਕਰੋ ਅਸੀਂ ਕੰਪਿਊਟਰ ਦੀ ਸਕਰੀਨ 'ਤੇ ਇੱਕ ਲਾਈਨ ਡਰਾ ਕਰ ਰਹੇ ਹਾਂ ਤਾਂ ਉਹ ਲਾਈਨ ਕਿੱਦਾਂ ਡਰਾ ਹੁੰਦੀ ਹੈ। ਕਲੀਅਰ। ਤਾਂ ਇਹ ਦੇਖੋ ਇਹ ਜਿਹੜੀ ਸਕਰੀਨ ਹੈ ਸਾਡੀ ਅਸੀਂ ਪਹਿਲਾਂ ਹੀ ਕੀਤਾ ਹੋਇਆ ਕਿ ਸਕਰੀਨ ਸਾਡੀ ਪਿਕਸਲਸ ਦੇ ਵਿੱਚ ਡਿਵਾਈਡ ਹੁੰਦੀ ਹੈ ਤਾਂ ਇੱਦਾਂ ਕੁਛ ਸਾਡੇ ਪਿਕਸਲਸ ਬਣਨਗੇ। ਕਲੀਅਰ ਹੈ। ਹੁਣ ਇਹਨਾਂ ਪਿਕਸਲਸ ਦੇ ਅਕੋਰਡਿੰਗ ਕਿਸੇ ਲਾਈਨ ਨੂੰ ਡਰਾ ਕਰਨਾ ਸਪੋਜ਼ ਕਰੋ ਮੈਂ ਇੱਕ ਲਾਈਨ ਡਰਾ ਕਰ ਰਿਹਾ ਇਹ ਸਾਡੀ ਲਾਈਨ ਹੈ ਠੀਕ ਹੈ। ਇਸ ਲਾਈਨ ਨੂੰ ਡਰਾ ਕਰਨ ਦੇ ਲਈ ਤੁਸੀਂ ਕਿਹੜੇ ਕਿਹੜੇ ਲੋਕੇਸ਼ਨਸ ਨੂੰ ਹਾਈਲਾਈਟ ਕਰੋਗੇ। ਜੇ ਹੁਣ ਆਪਾਂ ਇੱਥੇ ਧਿਆਨ ਨਾਲ ਦੇਖੀਏ ਇਸੇ ਲਾਈਨ ਨੂੰ ਦੇਖੋ ਬੇਟਾ ਧਿਆਨ ਨਾਲ ਠੀਕ ਹੈ। ਅਤੇ ਆਹ ਜਿਹੜੀ ਮੇਰੀ ਪਿਕਸਲਸ ਦੀ ਲੋਕੇਸ਼ਨ ਹੈ ਜਿੱਥੇ ਜਿੱਥੇ ਵੀ ਮੇਰੀ ਰੈੱਡ ਲਾਈਨ ਜਾ ਰਹੀ ਹੈ ਯਾਨੀ ਕਿ ਇੱਕ ਚਲੋ ਆਪਾਂ ਇਸ ਪਿਕਸਲ ਨੂੰ ਹਾਈਲਾਈਟ ਕਰਾਂਗੇ ਠੀਕ ਹੈ। ਇਹਨੂੰ ਮੈਂ ਸਕੁਏਅਰ ਬਾਕਸ ਵਾਂਗੂ ਹੀ ਇਮੈਜਿਨ ਕਰਕੇ ਦੇਖੋ ਇਹਨੂੰ ਇੱਦਾਂ ਕਰਕੇ ਜਿਹੜੀ ਸਾਡੀ ਹੈ ਉਹ ਲਾਈਨ ਡਰਾ ਹੋ ਗਈ ਪੂਰੇ ਪਿਕਸਲ ਰੈੱਡ ਕਲਰ ਦੇ ਹਾਈਲਾਈਟ ਹੋ ਗਏ ਠੀਕ ਹੈ। ਬਟ ਇਹ ਜਿਹੜੀ ਹੈ ਜਦੋਂ ਲਾਈਨ ਨੂੰ ਅਸੀਂ ਇੱਦਾਂ ਸਕੁਏਅਰ ਬਾਕਸਿਸ ਵਾਂਗੂ ਹੀ ਮੰਨ ਕੇ ਚਲੋ ਡਰਾ ਕਰ ਰਹੇ ਹਾਂ ਬਟ ਪਿਕਸਲਸ ਬਹੁਤ ਛੋਟੇ ਹੋਣ ਕਰਕੇ ਸਾਨੂੰ ਲਾਈਨ ਇੱਦਾਂ ਇੱਕ ਪਲੇਨ ਲੱਗੂਗੀ ਹਾਲਾਂਕਿ ਉਹ ਸਕੁਏਅਰ ਇੱਦਾਂ ਨਾ ਸਕੁਏਅਰਸ ਦੇ ਕੰਬੀਨੇਸ਼ਨ ਆ ਜਿਹੜੀ ਸਾਡੀ ਲਾਈਨ ਹੈ ਉਹ ਡਰਾ ਹੁੰਦੀ ਹੈ। ਤਾਂ ਇਹ ਲਾਈਨ ਡਰਾ ਕਿੱਦਾਂ ਹੁੰਦੀ ਹੈ ਸਰਕਲ ਡਰਾ ਕਿੱਦਾਂ ਹੁੰਦੀ ਹੈ ਕਿੱਦਾਂ ਦੇ ਪੁਆਇੰਟਸ ਕੈਲਕੂਲੇਟ ਕੀਤੇ ਜਾਂਦੇ ਆ ਕਿ ਸਪੋਜ਼ ਮੇਰੀ ਇੱਕ ਲਾਈਨ ਡਰਾਇੰਗ ਹੈ ਵੇਟ ਜਿੱਦਾਂ ਇੱਕ ਐਗਜ਼ਾਮਪਲ ਦੇ ਵਿੱਚ ਦੇਖਦੇ ਅਸੀਂ ਇਹ ਲਾਈਨ ਡਰਾ ਕੀਤੇ ਇੱਕ ਤਰ੍ਹਾਂ ਦੀ ਇਹ ਵੀ ਲਾਈਨ ਹੀ ਹੈ ਠੀਕ ਹੈ। ਤਾਂ ਇਹ ਜਿਹੜੀ ਲਾਈਨ ਹੈ ਬਹੁਤ ਛੋਟਾ ਜਦੋਂ ਅਸੀਂ ਇਸ ਨੂੰ ਕਰਦੇ ਹਾਂ ਤਾਂ ਉਹ ਸਾਨੂੰ ਇੱਕ ਲਾਈਨ ਦਾ ਇਫੈਕਟ ਦੇਊਗੀ ਠੀਕ ਹੈ। ਬਟ ਐਕਚੁਅਲ ਦੇ ਵਿੱਚ ਜੇ ਜ਼ੂਮ ਕਰਕੇ ਦੇਖਾਂਗੇ ਕੋਈ ਵੀ ਲਾਈਨ ਤੁਹਾਨੂੰ ਇੱਦਾਂ ਕੁਛ ਇਫੈਕਟ ਦਿੰਦੀ ਹੈ। ਤਾਂ ਇਹ ਸਭ ਕੁਛ ਡਰਾਇੰਗ ਦਾ ਮੈਥਡ ਸਾਡਾ 4th ਚੈਪਟਰ ਕਵਰ ਕਰੂਗਾ। ਤਾਂ ਚੈਪਟਰ ਸ਼ੁਰੂ ਕਰਨ ਤੋਂ ਪਹਿਲਾਂ ਜਸਟ ਬੇਸਿਕਸ ਤੋਂ ਸ਼ੁਰੂ ਕਰਦੇ ਹਾਂ। ਦੇਖੋ ਅਸੀਂ ਕੀ ਕੀਤਾ ਸੀਗਾ ਕਿ ਰਾਸਟਰ ਡਿਸਪਲੇਸ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਇੰਟੈਂਸਿਟੀ ਵੈਲਿਊ ਕੈਲਕੂਲੇਟ ਕੀਤੀ ਜਾਂਦੀ ਹੈ ਤੁਹਾਡੇ ਪਿਕਸਲਸ ਦੀ ਮਤਲਬ ਸਕਰੀਨ ਬਣੀ ਹੈ ਪਿਕਸਲਸ ਨੂੰ ਮਿਲਾ ਕੇ ਤੇ ਅਸੀਂ ਜਿਹੜਾ ਰਾਸਟਰ ਡਿਸਪਲੇਸ ਦੇ ਵਿੱਚ ਹਰ ਪਿਕਸਲ ਦੀ ਇੰਟੈਂਸਿਟੀ ਦੀ ਵੈਲਿਊ ਮਤਲਬ ਕਿਸ ਪਿਕਸਲ 'ਤੇ ਕਿੰਨੀ ਲਾਈਟ ਪਵੇ ਹੈ ਨਾ ਉਸ ਨੂੰ ਕੈਲਕੂਲੇਟ ਕਰਕੇ ਹੀ ਜਿਹੜੀ ਹੈ ਕਿਸੇ ਵੀ ਚੀਜ਼ ਦੀ ਡਰਾਇੰਗ ਕੀਤੀ ਜਾਂਦੀ ਹੈ। ਤਾਂ ਹੁਣ ਉਹਦੇ ਵਿੱਚ ਕੀ ਪਿਕਚਰਸ ਜਿਵੇਂ ਸਾਡੀ ਕੋਈ ਵੀ ਪਿਕਚਰ ਉਹ 'ਚ ਕੋਈ ਲਾਈਨ ਹੋ ਸਰਕਲ ਹੋ ਐਲਿਪਸ ਹੋ ਯਾਨੀ ਕਿ ਸਾਰੇ ਜਿਓਮੈਟਰੀਕਲ ਸਟਰਕਚਰਸ ਨੂੰ ਯੂਜ਼ ਕਰਕੇ ਹੀ ਸਾਡੀ ਕੋਈ ਪਿਕਚਰ ਕੋਈ ਸ਼ੇਪ ਬਣ ਰਹੀ ਹੈ। ਤਾਂ ਇਹਨਾਂ ਸਾਰਿਆਂ ਨੂੰ ਅਸੀਂ ਆਊਟਪੁੱਟ ਪ੍ਰਿਮਿਟਿਵਸ ਬੋਲਦੇ ਹਾਂ। ਹੁਣ ਹਰ ਪ੍ਰਿਮਿਟਿਵ ਦਾ ਵਿੱਚ ਕੋਈ ਲਾਈਨ ਹੈ ਸਰਕਲ ਉਹਦੇ ਕੋਈ ਨਾ ਕੋਈ ਐਟਰੀਬਿਊਟ ਹੋਣਗੇ ਐਟਰੀਬਿਊਟ ਮਤਲਬ ਉਹਦੇ ਕੋਈ ਕਲਰ ਹੋਊਗਾ ਲਾਈਨ ਦੀ ਬਿਰਥ ਹੋਊਗੀ ਕਿ ਕਿੰਨੀ ਕੁ ਮੋਟੀ ਹੈ ਜਾਂ ਪਤਲੀ ਹੈ ਤਾਂ ਇੱਦਾਂ ਦੇ ਕੁਛ ਐਟਰੀਬਿਊਟਸ ਵੀ ਹੋਣਗੇ। ਜਿਵੇਂ ਅਸੀਂ ਲਾਈਨ ਨੂੰ ਹੀ ਦੀ ਗੱਲ ਕਰੀਏ ਤਾਂ ਲਾਈਨ ਦੱਸਣ ਦੇ ਲਈ ਕਿ ਸਾਡੀ ਲਾਈਨ ਕਿੱਥੋਂ ਤੋਂ ਕਿੱਥੋਂ ਤੱਕ ਹੈ ਤਾਂ ਅਸੀਂ ਇੱਕ ਕੋਆਰਡੀਨੇਟਸ ਦੀ ਪੋਜੀਸ਼ਨ ਦੱਸਾਂਗੇ ਨਾ ਅਸੀਂ ਦੱਸਾਂਗੇ ਕਿ ਐਕਸ ਦੀ ਕਿਹੜੀ ਪੋਜੀਸ਼ਨ 'ਤੇ ਵਾਈ ਦੀ ਕਿਹੜੀ ਪੋਜੀਸ਼ਨ 'ਤੇ ਸਾਡੀ ਲਾਈਨ ਡਰਾ ਹੈ। ਜਿਵੇਂ ਐਗਜ਼ਾਮਪਲ ਵਜੋਂ ਦੇਖੋ ਤੁਸੀਂ ਆਪਾਂ ਇੱਥੇ ਦੇਖੀਏ ਇੱਕ ਲਾਈਨ ਡਰਾ ਅਸੀਂ ਦੇਖ ਰਹੇ ਹਾਂ ਠੀਕ ਹੈ। ਤਾਂ ਇਹ ਲਾਈਨ ਡਰਾਇੰਗ ਦੀ ਸਪੋਜ਼ ਮੈਂ ਇਹ ਲਾਈਨ ਦੱਸਣੀ ਹੈ 1 ਨੰਬਰ ਦੀ ਕਿ ਇਹ ਲਾਈਨ ਕੀ ਹੈ ਤਾਂ ਮੈਂ ਕੀ ਪੋਜੀਸ਼ਨ ਦੱਸੂ ਇਹਦੀ ਆਹ ਵਾਲੇ ਐਂਡ ਪੁਆਇੰਟ ਕਿੱਥੇ ਆ ਪੁੱਤ ਜਿੱਥੇ x2 ਆ ਕਿਉਂਕਿ ਆਹ ਸੀਰੀਜ਼ ਤੁਹਾਡੀ x ਹੈ ਆਹ ਸੀਰੀਜ਼ ਤੁਹਾਡੀ y ਐਕਸਿਸ ਹੈ। ਤਾਂ ਇਹ ਜਿਹੜਾ ਮੇਰਾ ਪਿਕਸਲ ਹੈ ਇਹ ਕਿਸ ਪੋਜੀਸ਼ਨ 'ਤੇ ਹੈ ਇਹ x ਦੇ 2 'ਤੇ y ਦੇ 1 'ਤੇ ਯਾਨੀ ਕਿ ਇੱਥੇ ਹੈ। ਤਾਂ ਆਪਾਂ x ਦਾ 2 y ਦਾ 1 ਕੁਛ ਇੱਦਾਂ ਦੱਸਿਆ ਨਾ ਅਤੇ ਆਹ ਵਾਲਾ ਐਂਡ ਪੁਆਇੰਟ ਆਪਾਂ ਕਿਵੇਂ ਦੱਸਾਂਗੇ ਕਿੱਥੇ ਆ ਇਹਨੂੰ ਨੋਟ ਕਰੋ ਨੀਚੋਂ ਦੇਖ ਕੇ ਇਹ ਹੈਗਾ x ਦੇ 6 ਤੇ y ਦੇ 2 ਤੇ ਆ ਤਾਂ ਅਸੀਂ ਕਹਾਂਗੇ 6 2 ਤੇ ਜਿਹੜੀ ਸਾਡੀ ਇਹ ਵੈਲਿਊ ਆ ਯਾਨੀ ਕਿ ਇੱਕ ਲਾਈਨ ਦੇ ਲਈ ਮੈਂ ਕਿਵੇਂ ਦੱਸ ਰਹੀ ਹਾਂ ਦੋ ਕੋਆਰਡੀਨੇਟਸ ਦੀ ਜੇ ਤੁਹਾਡੇ ਦੋ ਐਂਡ ਪੁਆਇੰਟਸ ਦੀ ਵੈਲਿਊ ਦੱਸ ਕੇ ਅਸੀਂ ਦੱਸ ਰਹੇ ਹਾਂ ਕਿ ਸਾਡੀ ਲਾਈਨ ਦੇ ਕਿਹੜੇ ਕਿਹੜੇ ਐਂਡ ਪੁਆਇੰਟਸ ਹੈਗੇ ਨੇ। ਇੱਦਾਂ ਸਰਕਲ ਡਰਾ ਕਰਨ ਲੱਗੇ ਤੁਸੀਂ ਕੀ ਦੱਸੋਗੇ ਜੇ ਆਪਾਂ ਸਪੋਜ਼ ਕਰੋ ਕਿ ਸਰਕਲ ਡਰਾ ਕਰਨਾ ਇਸ ਸਕਰੀਨ 'ਤੇ ਤਾਂ ਸਰਕਲ ਡਰਾ ਕਰਨ ਲੱਗੇ ਆਪਾਂ ਦੱਸਾਂਗੇ ਕਿਸ ਪੋਜੀਸ਼ਨ ਤੋਂ ਕਿੰਨੇ ਰੇਡੀਅਸ ਦਾ ਅਸੀਂ ਜਿਹੜਾ ਸਰਕਲ ਹੈ ਉਹ ਡਰਾ ਕਰਨਾ ਹੈਗਾ। ਕੁਛ ਇਸ ਤਰੀਕੇ ਨਾਲ ਜਿਹੜੀ ਡਰਾਇੰਗਸ ਨੇ ਉਹ ਕੀਤੀਆਂ ਜਾਂਦੀਆਂ ਨੇ ਤਾਂ ਗ੍ਰਾਫਿਕਸ ਅਸੀਂ ਕਰ ਰਹੇ ਹਾਂ ਤਾਂ ਓਬਵੀਅਸ ਹੈ ਗ੍ਰਾਫਿਕਸ ਦੇ ਵਿੱਚ ਇਹਨਾਂ ਦਾ ਹੀ ਜਿਹੜਾ ਕਨਸੈਪਟ ਅਸੀਂ ਅੱਗੇ ਕਰਾਂਗੇ ਬਰੀਫਲੀ। ਕਲੀਅਰ। ਤਾਂ ਹੁਣ ਅਸੀਂ ਕਰਕੇ ਰਹੇ ਹਾਂ ਅਸਲ ਦੇ ਵਿੱਚ ਅਸੀਂ ਕੁਛ ਨਹੀਂ ਅਸੀਂ ਪਿਕਸਲਸ ਦੀ ਐਗਜ਼ੈਕਟ ਪੋਜੀਸ਼ਨ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਪੋਜੀਸ਼ਨ ਨੂੰ ਅਸੀਂ ਯੂਜ਼ ਕਰਨਾ ਕਿਸ ਪਿਕਸਲ ਨੂੰ ਅਸੀਂ ਯੂਜ਼ ਨਹੀਂ ਕਰਨਾ। ਕਲੀਅਰ। ਤਾਂ ਇਹ ਜਿਹੜਾ ਹੁੰਦਾ ਹੈਗਾ ਕਿ ਪਿਕਸਲਸ ਦੀ ਪੋਜੀਸ਼ਨ ਫਾਈਂਡ ਆਊਟ ਕਰਨ ਦੇ ਪ੍ਰੋਸੈਸ ਨੂੰ ਹੀ ਅਸੀਂ ਸਕੈਨ ਕਨਵਰਜਨ ਜਾਂ ਰਾਸਟਰਾਈਜੇਸ਼ਨ ਬੋਲਦੇ ਹਾਂ ਕਿਉਂਕਿ ਦੇਖੋ ਸਕੈਨ ਕਨਵਰਜਨ 'ਚ ਪਿਕਸਲਸ ਦੀ ਲੋਕੇਸ਼ਨ ਫਾਈਂਡ ਆਊਟ ਕਰਾਂਗੇ ਉਹਨਾਂ ਦੀ ਕਿੰਨੀ ਇੰਟੈਂਸਿਟੀ ਅਸੀਂ ਕਰਨੀ ਹੈ ਇਹ ਸਭ ਕੁਛ ਕੈਲਕੂਲੇਸ਼ਨਸ ਕੀਤੀਆਂ ਜਾਂਦੀਆਂ। ਹਾਲਾਂਕਿ ਇਸ ਚੈਪਟਰ ਦੇ ਵਿੱਚ ਜਿਹੜੇ ਸਾਡੇ ਟੌਪਿਕ ਨੇ ਉਹ ਲਾਈਨ ਡਰਾਇੰਗ ਐਲਗੋਰਿਦਮਸ ਨੇ ਜੋ ਅੱਗੇ ਆਉਣਗੀਆਂ ਬਟ ਉਹਨਾਂ ਨੂੰ ਸਮਝਣ ਦੇ ਲਈ
ਆਪਾਂ ਜਸਟ ਇੱਕ ਵਾਰ ਬੇਸਿਕਸ ਕਵਰ ਕਰ ਰਹੇ ਹਾਂ ਜੋ ਤੁਸੀਂ ਇੱਕ ਵਾਰ ਸਟਾਰਟਿੰਗ 'ਚ ਰੀਡ ਕਰੋਗੇ। ਦੈਨ ਨੈਕਸਟ ਹੈ ਕਿ ਲਾਈਨ ਡਰਾਇੰਗ ਤਾਂ ਅਸੀਂ ਬਾਅਦ ਦੇ ਵਿੱਚ ਕਰਾਂਗੇ, ਪਹਿਲਾਂ ਸਾਨੂੰ ਸਮਝਣਾ ਪਊ ਕਿ ਪੁਆਇੰਟ ਕੀ ਹੁੰਦਾ। ਤਾਂ ਪੁਆਇੰਟ ਸਾਡਾ ਕੁਛ ਨਹੀਂ, ਜਿਹੜੀ ਵੀ ਸਾਡੀ ਕੋਆਰਡੀਨੇਟ ਵੈਲਿਊ ਆ ਕਿ ਐਕਸ ਐਕਸਿਸ ਵਾਈ ਐਕਸਿਸ ਦੇ ਕਿਹੜੀ ਜਗ੍ਹਾ 'ਤੇ ਅਸੀਂ ਗੱਲ ਕਰ ਰਹੇ ਹਾਂ, ਹੈ ਨਾ, ਤਾਂ ਉਸ ਨੂੰ ਹੀ ਅਸੀਂ ਬੋਲਦੇ ਹਾਂ ਪੁਆਇੰਟ। ਜਿਵੇਂ ਕੰਪਿਊਟਰ 'ਚ ਅਸੀਂ ਪਿਕਸਲ ਕਹਿ ਰਹੇ ਹਾਂਗੇ ਜਾਂ ਮੈਥਮੈਟੀਕਲ ਗੱਲ ਕਰੀਏ ਤਾਂ ਅਸੀਂ ਉਸ ਚੀਜ਼ ਨੂੰ ਪੁਆਇੰਟ ਬੋਲਦੇ ਹਾਂ। ਤਾਂ ਮੈਥ ਦੇ ਵਿੱਚ ਤਾਂ ਜਿਹੜੇ ਆ ਪੁਆਇੰਟ ਆ ਉਹ ਤਾਂ ਰੀਅਲ ਨੰਬਰ ਵੀ ਹੋ ਸਕਦੇ ਨੇ, ਰੀਅਲ ਨੰਬਰ ਇਨ ਦਾ ਸੈਂਸ ਅਸੀਂ ਕਹਿ ਦਾਂਗੇ 2.5 2.6, ਬਟ ਕੰਪਿਊਟਰ ਦੇ ਵਿੱਚ ਅਸੀਂ ਪਿਕਸਲਸ ਦੀ ਗੱਲ ਕਰ ਰਹੇ ਹਾਂ, ਅਤੇ ਪਿਕਸਲਸ ਹਮੇਸ਼ਾ ਇੰਟੀਜ਼ਰਸ ਹੁੰਦੇ ਨੇ। ਜਾਂ ਤਾਂ ਸਾਨੂੰ 2.3 ਹੈ 2.9 ਹੈ, ਅਸੀਂ ਜਸਟ ਇਹਨੂੰ ਕੀ ਮੰਨ ਕੇ ਚੱਲਾਂਗੇ, ਜਾਂ 2 ਮੰਨਾਂਗੇ ਜਾਂ 3 ਮੰਨਾਂਗੇ, ਮਤਲਬ ਇੱਕ ਇੰਟੀਜ਼ਰ ਵੈਲਿਊ ਮੰਨ ਕੇ ਚੱਲਾਂਗੇ। ਤਾਂ ਮੇਨ ਜੋ ਵੀ ਹੈ ਅਸੀਂ ਪਿਕਸਲ ਲੋਕੇਸ਼ਨਸ ਦੇਖਣੀਆਂ ਹੁੰਦੀਆਂ ਕਿ ਕਿਹੜੀ ਪਿਕਸਲ ਦੀ ਕਿਹੜੀ ਲੋਕੇਸ਼ਨ ਸਾਨੂੰ ਚਾਹੀਦੀ। ਜਿੱਦਾਂ ਅਸੀਂ ਐਗਜ਼ਾਮਪਲ 'ਚ ਦਿਖਾਇਆ, ਅਸੀਂ ਇੱਕ ਸਾਡਾ ਪਿਕਸਲ ਹੈ A, ਇੱਕ B, ਇੱਕ C, ਇਹ ਸਾਡੇ ਪੁਆਇੰਟਸ ਨੇ ਜਾਂ ਪਿਕਸਲਸ ਨੇ। ਤਾਂ ਅਸੀਂ ਕੀ ਕਵਾਂਗੇ 3A ਸਾਡਾ ਕਿੱਥੇ ਆ ਸਾਡੀ ਐਕਸ ਐਕਸਿਸ, ਇਹ ਸਾਡੀ ਵਾਈ ਐਕਸਿਸ। ਤਾਂ ਇਹ ਸਾਡੀ ਹੈਗੀ ਤੁਸੀਂ ਇਹ ਦੱਸਣਾ ਹੁੰਦਾ ਕਿ ਉਹ ਇਹਦੀ ਕਿਹੜੀ ਪੋਜੀਸ਼ਨ 'ਤੇ ਆ। ਜਿਵੇਂ ਐਕਸ ਐਕਸਿਸ ਇੱਥੇ ਤੁਹਾਡਾ 1 ਹੋ ਗਿਆ, ਇੱਥੇ 2 ਹੋ ਗਿਆ, ਇੱਥੇ 3 ਹੋ ਗਿਆ, ਤਾਂ ਅਸੀਂ ਕਹਾਂਗੇ ਐਕਸ ਦੇ 3 ਤੇ ਵਾਈ ਦੇ ਦੇਖੋ ਵਾਈ ਦੇ ਕਿਹੜੇ 'ਤੇ ਆ 1 ਹੋ ਗਿਆ, 2 ਹੋ ਗਿਆ, 3 ਹੋ ਗਿਆ, 4 ਹੋ ਗਿਆ। ਸਪੋਜ਼ ਕਰੋ ਅਸੀਂ ਕਿਹਾ ਐਕਸ ਦੇ 4 'ਤੇ, ਸੌਰੀ ਵਾਈ ਦੇ 4 'ਤੇ। ਇੱਦਾਂ ਅਸੀਂ ਪੋਜੀਸ਼ਨ ਦੱਸਾਂਗੇ ਨਾ ਕਿ ਕਿਹੜਾ ਪੁਆਇੰਟ ਐਕਸ ਐਕਸਿਸ ਦੀ ਕਿਹੜੀ ਜਗ੍ਹਾ 'ਤੇ ਆ, ਵਾਈ ਐਕਸਿਸ ਦੀ ਕਿਹੜੀ ਜਗ੍ਹਾ 'ਤੇ ਆ। ਇਸ ਤਰੀਕੇ ਨਾਲ ਅਸੀਂ ਤੁਹਾਡੇ ਪਿਕਸਲਸ ਨੂੰ ਰੀਪ੍ਰਜੈਂਟ ਕਰਦੇ ਹਾਂ। ਤਾਂ ਤੁਸੀਂ ਇੱਥੋਂ ਚੈੱਕ ਕਰ ਲਓ ਕਿ ਤੁਹਾਡੇ ਐਕਸ A B C ਤਿੰਨਾਂ ਦੀਆਂ ਇਹਨਾਂ ਨੇ ਵੈਲਿਊਜ਼ ਜੋ ਨੇ ਉਹ ਸ਼ੋ ਕੀਤੀਆਂ ਹੋਈਆਂ ਨੇ। ਕਲੀਅਰ। ਤਾਂ ਹੁਣ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਮੈਥ ਦੇ ਵਿੱਚ ਜਿਹੜੇ ਪੁਆਇੰਟਸ ਨੇ ਉਹ ਰੀਅਲ ਨੰਬਰ ਹੋ ਸਕਦੇ ਆ, ਮਤਲਬ ਪੁਆਇੰਟਾਂ ਵਾਲੇ ਵੈਲਿਊ ਹੋ ਸਕਦੇ ਆ, ਬਟ ਪਿਕਸਲਸ ਦੇ ਵਿੱਚ ਅਸੀਂ ਪੁਆਇੰਟ ਨਹੀਂ ਲੈਂਦੇ, ਅਸੀਂ ਜਸਟ ਇੰਟੀਜ਼ਰ ਵੈਲਿਊ ਲਵਾਂਗੇ। ਤਾਂ ਕਰਕੇ ਓਬਵੀਅਸ ਹੈ ਕਿ ਤੁਹਾਨੂੰ ਉਹਦੀ ਫਲੋਰ ਵੈਲਿਊ ਕੈਲਕੂਲੇਟ ਕਰਨੀ ਪਊ। ਫਲੋਰ ਮਤਲਬ ਜਿਹੜੇ ਪਿਛਲੇ ਪੁਆਇੰਟਸ ਨੇ ਉਹਨਾਂ ਨੂੰ ਇਗਨੋਰ ਕਰ ਦਿਓ। ਸਪੋਜ਼ ਕਰੋ 2.3 ਵੈਲਿਊ ਲੈ ਰਹੀ ਹਾਂ ਮੈਂ, ਮੈਥ ਦੇ ਵਿੱਚ 2.3 ਆਪਾਂ ਲੈ ਕੇ ਲਾਈਨ ਡਰਾ ਕਰ ਸਕਦੇ ਹਾਂ, ਬਟ ਪਿਕਸਲਸ ਦੇ ਵਿੱਚ ਅਸੀਂ ਇਸ ਦੀ ਫਲੋਰ ਵੈਲਿਊ, ਫਲੋਰ ਮਤਲਬ ਛੋਟਾ ਨੰਬਰ, ਜਾਂ ਨੂੰ 2 ਮੰਨਾਂਗੇ 3, ਤਾਂ ਓਬਵੀਅਸ ਅਸੀਂ ਇਸ ਨੂੰ ਕੀ ਮੰਨਾਂਗੇ 2। ਜੇ 2.9 ਵੀ ਹੁੰਦਾ ਤਾਂ ਵੀ ਸਪੋਜ਼ ਕਰੋ ਇਹਦਾ ਫਲੋਰ ਵੈਲਿਊ ਕੀ ਨਿਕਲਦੀ, ਮਤਲਬ ਜਿਹੜਾ ਇਹਦਾ ਇੰਟੀਜ਼ਰ ਪਾਰਟ ਹੈ ਯਾਨੀ ਕਿ ਕੀ ਨਿਕਲਦੀ 2। ਠੀਕ ਹੈ। ਤਾਂ ਇਸ ਤਰ੍ਹਾਂ ਅਸੀਂ ਜਿਹੜੇ ਸਾਡੇ ਪਿਕਸਲਸ ਦੀ ਵੈਲਿਊ ਹੈ ਉਹ ਕੈਲਕੂਲੇਟ ਕਰਦੇ ਹਾਂ। ਬਟ ਇਸ ਦੇ ਵਿੱਚ ਵੀ ਇੱਕ ਦਿੱਕਤ ਆ ਰਹੀ ਹੈ ਕਿ ਅਸੀਂ ਸਪੋਜ਼ ਕਰੋ ਸਾਡੇ ਕੋਲ 3.7 ਹੈ ਅਤੇ ਇੱਕ 3.1 ਹੈ, ਅਸੀਂ ਦੋਨੋਂ ਨੂੰ ਕੀ ਮੰਨ ਰਹੇ ਹਾਂ 3। ਠੀਕ ਹੈ, ਯਾਨੀ ਕਿ ਮਤਲਬ ਬਹੁਤ ਜ਼ਿਆਦਾ ਫਰਕ ਹੈ ਨਾ। ਇੱਕ ਬਿਲਕੁਲ 3 ਦੀ ਸਟਾਰਟਿੰਗ ਦੀ ਵੈਲਿਊ, ਇੱਕ ਬਿਲਕੁਲ 3 ਤੋਂ ਜਦੋਂ 4 ਵੱਲ ਜਾ ਰਿਹਾ ਉਦੋਂ ਦੀ ਵੈਲਿਊ ਆ, ਬਟ ਅਸੀਂ ਉਸਨੂੰ ਮੰਨ ਕੇ ਰਹੇ ਹਾਂ ਸਿਰਫ 3। ਤਾਂ ਇੱਦਾਂ ਦੀਆਂ ਕੈਲਕੂਲੇਸ਼ਨਸ ਦੇ ਲਈ ਵੀ ਇੱਕ ਤਰੀਕਾ ਤੁਸੀਂ ਕਿੱਦਾਂ ਕਰੋਗੇ ਕਿ ਇਹਦਾ ਜਿਹੜਾ ਤੁਹਾਡਾ ਰਿਜ਼ਲਟ ਸਹੀ ਆਵੇ। ਠੀਕ ਹੈ, ਕਿਉਂਕਿ ਅਸੀਂ ਚੈੱਕ ਕਰਕੇ ਦੇਖੋ ਬੇਟਾ 3.7 ਅਤੇ 3.1 ਨੂੰ ਇੱਕ ਹੀ ਜੇ ਮੰਨਣ ਲੱਗ ਗਏ, ਹਾਲਾਂਕਿ ਇਹਨਾਂ ਦੋਨਾਂ ਦੇ ਵਿੱਚ ਵੀ ਤਾਂ ਗੈਪ ਹੈ ਨਾ। ਤਾਂ ਇਹਨਾਂ ਦਾ ਇੱਕ ਤਰੀਕਾ ਕੀ ਹੈ, ਉਹਦੇ ਵਿੱਚ 0.5 ਜੋੜ ਕੇ ਫਿਰ ਉਸ ਦੀ ਫਲੋਟ ਵੈਲਿਊ ਕੈਲਕੂਲੇਟ ਕਰੋ। ਜਿਵੇਂ ਬੈਕ ਦੀ ਹੀ ਐਗਜ਼ਾਮਪਲ ਦੇਖੀਏ ਤਾਂ 3.7 ਦੇ ਵਿੱਚ 0.5 ਤੁਸੀਂ ਜੋੜ ਕੇ, ਠੀਕ ਹੈ, 4.2 ਸਮਥਿੰਗ ਆ ਗਿਆ, ਤਾਂ ਉਹ ਫਲੋਰ ਵੈਲਿਊ ਲਓ, ਯਾਨੀ ਕਿ 4 ਅਸੀਂ ਇਮੈਜਿਨ ਕਰਾਂਗੇ। ਅਤੇ ਇੱਦਾਂ ਹੀ 5.9 ਦੇ ਵਿੱਚ ਪੁਆਇੰਟ ਜੋੜ ਕੇ ਉਸ ਦੀ ਜਿਹੜੀ ਵੈਲਿਊ ਹੈ ਉਸ ਦੀ ਫਲੋਰ ਵੈਲਿਊ ਲਓ। ਠੀਕ ਹੈ, ਫਲੋਰ ਅਤੇ ਸੀਲ ਦਾ ਇੱਕ ਮਿੰਟ ਤੁਹਾਨੂੰ ਮੈਂ ਡਿਫਰੈਂਸ ਦੱਸ ਦਿਆਂ। ਜੇ ਤਾਂ ਕਿਹਾ ਜਾਂਦਾ ਬੇਟਾ ਇਸ ਦੀ ਫਲੋਰ, ਠੀਕ ਹੈ, ਸਿੰਪਲ ਜੀ ਗੱਲ ਹੈ, ਸਾਡੇ ਕੋਲ 6.3 ਹੈ, ਅਸੀਂ ਨਹੀਂ ਕਹਿੰਦੇ ਮੋਟਾ ਜਿਹਾ ਹਿਸਾਬ ਜਾਂ ਇਹਨੂੰ 6 ਮੰਨਾਂਗੇ ਜਾਂ 7 ਮੰਨਾਂਗੇ। ਜੇ ਫਲੋਰ ਆ ਤਾਂ ਅਸੀਂ 6 ਮੰਨਾਂਗੇ, ਜੇ ਸੀਲ ਆ ਤਾਂ ਅਸੀਂ ਇਸ ਨੂੰ ਕੀ ਮੰਨਦੇ ਹੁੰਦੇ ਆ 7 ਜਾਂ 7 ਅਸੀਂ ਮੰਨਦੇ ਹਾਂ। ਤਾਂ ਇੱਥੇ ਉਹਨਾਂ ਨੇ ਤੁਹਾਨੂੰ ਇਹਨਾਂ ਰੀਅਲ ਵੈਲਿਊਜ਼ ਨੂੰ, ਇਹਨਾਂ ਰੀਅਲ ਪੁਆਇੰਟਸ ਦੀ ਵੈਲਿਊ ਨੂੰ ਕਿਵੇਂ ਅਸੀਂ ਪਿਕਸਲ ਦੇ ਵਿੱਚ ਕੰਪਿਊਟ ਕਰ ਰਹੇ ਹਾਂ, ਕਿਵੇਂ ਇੰਟੀਜ਼ਰ ਮੰਨ ਰਹੇ ਹਾਂ, ਉਹ ਤੁਹਾਨੂੰ ਇੱਥੇ ਸਮਝਾਇਆ ਹੋਇਆ ਹੈ ਐਗਜ਼ਾਮਪਲ ਦੇ ਵਿੱਚ। ਤਾਂ ਐਗਜ਼ਾਮਪਲ ਚੈੱਕ ਕਰੋਗੇ, ਕਲੀਅਰ ਹੈ। ਤਾਂ ਕੁਝ ਇਸ ਤਰੀਕੇ ਨਾਲ ਜਿਹੜੀ ਤੁਹਾਡੀ ਐਗਜ਼ਾਮਪਲ ਹੈ ਦਿਖਾਈ ਗਈ ਹੈ। ਅੱਛਾ, ਹੁਣ ਦਿੱਕਤ ਆ ਰਹੀ ਹੈ ਕਿ ਅਸੀਂ ਬੈਕ ਦੀ ਹੀ ਐਗਜ਼ਾਮਪਲ ਦੇਖੀਏ। ਜਦੋਂ ਅਸੀਂ ਇੱਦਾਂ ਕਰਕੇ ਕੈਲਕੂਲੇਸ਼ਨਸ ਕਰਕੇ ਪੁਆਇੰਟਸ ਕੱਢਦੇ ਹਾਂ ਤਾਂ ਇਹਦੀ ਇੱਕ ਦਿੱਕਤ ਹੈ ਬੇਟਾ, ਜਿਹੜੀ ਲੋ ਰੈਜ਼ੋਲੂਸ਼ਨ ਸਿਸਟਮਸ ਨੇ, ਲੋ ਰੈਜ਼ੋਲੂਸ਼ਨ ਮਤਲਬ ਜਿਵੇਂ ਅਸੀਂ ਨਹੀਂ ਕਹਿੰਦੇ ਕਿ ਸਾਡੇ ਪਿਕਸਲਸ ਬਣ ਰਹੇ ਨੇ, ਹੈ ਨਾ। ਇੱਕ ਤਾਂ ਦੇਖੋ ਮਤਲਬ ਮੈਂ ਇੰਨੇ ਮੋਟੇ ਜਿਹੇ ਪਿਕਸਲ ਬਣਾਤੇ, ਇੱਕ ਹੈਗਾ ਬਰੀਕ ਆਪਣੇ ਮਤਲਬ ਬਹੁਤ ਹੀ ਬਾਰੀਕ ਪਿਕਸਲ ਹੋਣ। ਜਿੰਨੇ ਬਾਰੀਕ ਪਿਕਸਲ ਹੋਣਗੇ ਉਨੀ ਰੈਜ਼ੋਲੂਸ਼ਨ ਅੱਛੀ ਹੋਊਗੀ, ਉਨੇ ਤੁਹਾਡੀ ਮਤਲਬ ਕਲੈਰਿਟੀ ਰਹੂਗੀ। ਠੀਕ ਹੈ, ਤਾਂ ਹੁਣ ਲੋ ਰੈਜ਼ੋਲੂਸ਼ਨ ਦੇ ਵਿੱਚ ਇੱਕ ਦਿੱਕਤ ਆਉਂਦੀ ਹੈ ਕਿ ਜਦੋਂ ਤੁਸੀਂ ਇੱਦਾਂ ਕਰਕੇ ਪੁਆਇੰਟਸ ਨੂੰ ਕਨਵਰਟ ਕਰਕੇ ਕੋਈ ਪਿਕਚਰ ਡਰਾ ਕਰਦੇ ਹੋ, ਠੀਕ ਹੈ, ਤਾਂ ਉਦੋਂ ਸਾਡੀ ਇੱਕ ਨਾ ਸਟੈਪ ਅਪੀਅਰੈਂਸ ਆਉਂਦੀ ਹੈ, ਜਿਹਨੂੰ ਅਸੀਂ ਜੈਗਸ ਵੀ ਬੋਲਦੇ ਹਾਂ, ਕੁਝ ਇੱਦਾਂ। ਹਾਲਾਂਕਿ ਸਪੋਜ਼ ਕਰੋ ਇਹ ਸਾਡੀ ਹੈ ਤਾਂ ਲਾਈਨ ਹੀ,
बट ये चीज़ां की है जो जूम करके देखते सी सानूं जो पाट के ना पिक्सल कुछ इदां दी डब्बी डब्बी वांगू दिखण लग जाते होंदे आ, तो सानूं कुछ इदां दा इफैक्ट दिंदे ने। जे यही रेजोल्यूशन साडी बहुत अच्छी रेजोल्यूशन हुंदी तां इहने थोड़ा जिहा ये जिहड़ी हैगी है ये इफैक्ट समूथ होना सी, बट इत्थे सानूं लाइन ना एक तरह की कह लो स्टेयर्स वांगू लुक दे रही है। तो इस चीज़ नूं ही असीं जैगिज या स्टेयर स्टैप दी अपीयरेंस कहने आ, जिहड़ी कि प्रॉब्लम आउंदी है जदों असीं स्कैन कन्वर्जन कर रहे हैं। क्यों ਅਸੀਂ ਤਾਂ ਮੰਨ ਲਓ 3.1 ਨੂੰ ਵੀ 3 ਮੰਨੀ ਬੈਠੇ ਆ, 3.9 ਨੂੰ ਵੀ 3 ਮੰਨੀ ਬੈਠੇ ਆ, ਜਾਂ ਜਦੋਂ ਅਸੀਂ ਕੈਲਕੂਲੇਸ਼ਨਸ ਕਰ ਰਹੇ ਹਾਂ ਪੁਆਇੰਟ ਤਾਂ ਸਾਡੇ ਕੋਲ ਹੈ ਹੀ ਨਹੀਂ, ਸਾਡੀ ਇੱਕ ਲਾਈਨ ਇੱਦਾਂ ਜਾ ਰਹੀ ਹੈ। ਠੀਕ ਹੈ, ਅਸੀਂ ਉਸਦੇ ਪੁਆਇੰਟ ਸਪੋਜ਼ ਕਰੋ ਇਹ ਵਾਲੀ ਮੇਰੀ ਇੱਕ ਲਾਈਨ ਜਾ ਰਹੀ ਹੈ ਪੁੱਤ, ਸਪੋਜ਼ ਇਹ ਮੇਰੀ ਇੱਕ ਲਾਈਨ ਜਾ ਰਹੀ ਹੈ, तो ये सपोज करो मैं इस भी हाईलाइट किया, इस पिक्सल भी मैं डार्क किया, इनू भी डार्क किया, सपोज करो इनू भी डार्क है ना। आप सिर्फ ये देख देख के पुत कि वो किहड़े दे विच आ रही है लाइन किहड़े पिक्सल च, उन्होंने पिक्सल्स नूं असीं हाईलाइट करते रहने है ना। तो हुण देखो मेरी भी तो ये लाइन असल दे विच इदां ही कुछ लुक देगी। ओके, तो ये कुछ प्रॉब्लम्स आउंदियां ने, तो इहदा सल्यूशन एक ही है कि जां तां देखो तुसीं हाई रेजोल्यूशन सिस्टम यूज़ करो ताकि जिहड़े तुहाडे पिक्सल्स ने वो बड़े क्लीयर आवे, जां तुसीं एक होर अप्रोच है एडजसेंट पिक्सल्स दी जिहड़ी इंटेंसिटी है उन्होंने एडजस्ट करने की कोशिश करो। मतलब कि एडजसेंट पिक्सल होंदे जिहड़े नाल दे गुआंढी है जिहड़े, जे मतलब थोड़ा थोड़ा जिहा इहदा इफैक्ट मैं इधरले इधरले गुआंढी दे भी पा दिंदी है ना, तो कुछ वो थोड़ी जी लाइन ने समूथ लुक देनी सीगी, इदां स्टेयर केस वांगू लुक नहीं होनी सी। तो ये कुछ बेसिक्स जो असी कवर करने सी। तो हुण जो साडा मेन टॉपिक है असल दे विच साडा टॉपिक लाइन ड्राइंग एल्गोरिदम है, जिस दे विच असी DDA एल्गोरिदम ते ब्रैशनहैम दी एल्गोरिदम मेन कवर करांगे। बट उन्हां तो भी शुरू करन तो पहलां असी डायरैक्ट मैथड जिन्हों पॉलीनोमीअल मैथड जां स्लोप इंटरसेप्ट इक्वेशन है बेटा मेन, ठीक है, उस दे नाल असी लाइन ड्राइंग देखांगे कि किद्दां कीती जांदी है, किद्दां तुसीं पॉइंट्स कैलकुलेट करदे हो, किस किस लोकेशनस ते तुसीं पॉइंट बनाउणे ने। तो ये सब कुछ समझण तो पहलां तुसीं एक कुछ बेसिक्स समझो, ठीक है। तो लाइन ड्राइंग दे लई असल दे विच कीता की जांदा गा, जिहड़ी तुहाडी लाइन असीं ड्रॉ कर रहे हैं, सपोज करो ये असीं लाइन ड्रॉ वेट ओके ये असीं कुछ लाइनस ड्रॉ कर रहे हैं। देखो तुसीं मतलब किवें कढिया कि किहड़े पॉइंट्स तो 2 तो लैके असीं इत्थों तक लाइन ड्रॉ करते हुए किहड़े पिक्सल्स ते कित्थे कित्थे असीं हो के जावांगे, ये तुसीं किवें डिसाइड करोगे, आ विचले पॉइंट किवें कैलकुलेट कीते जांदे आ। यही साडी लाइन ड्राइंग एल्गोरिदम दा काम है, विचलियां पॉइंट्स नूं कैलकुलेट करना। क्लीयर है। तो ये करन दे लई तुहानूं एक लाइन की प्रॉपर्टी पता होनी चाहिए, जिहड़ी कि बेसिक प्रॉपर्टी है किसी भी लाइन की, लाइन इंटरसैप्ट या स्लोप इंटरसैप्ट इक्वेशन। स्लोप इंटरसैप्ट इक्वेशन तुहाडी इस इक्वेशन नूं बोलिया जांदा बेटा y = mx + c। इस फॉर्मूले दे विच तुसीं समझना की है, m हुंदा तुहाडा स्लोप जो कि मैं इत्थे दिता होया तुहानूं, ठीक है, c जो है वो हुंदी तुहाडी y इंटरसैप्ट। तो मैं सिंपल एक गल समझाउणी है, सपोज करो एक साडी एक लाइन लगी हुई है, ठीक है, ये लाइन नूं तुसीं देखो ये साडी x एक्सिस है, ऊपर साडी y एक्सिस है। क्लीयर। तो ये लाइन ना साडी x एक्सिस नूं भी किसी एक जगह ते कट रही है, y एक्सिस नूं भी कट रही है। मतलब सपोज करो साडी लाइन इन्नी क भी हुंदी ना तां भी ये किसी लाइन ना किसी जगह ते जिस नूं वधा लगे तो ये कट्टूगी x एक्सिस नूं भी y एक्सिस नूं भी। जिथे ये x एक्सिस नूं कट रही है वो सारा साडा की है C मन्निया, मतलब मैनू y इंटरसैप्ट, C रखो, B रखो, D रखो, कोई भी नाम रखो फर्क नहीं पैंदा, यानी कि इसी नूं y इंटरसैप्ट कहने आ। ठीक है, जिथों ने x एक्सिस नूं कट्टिया ओरिजिन तो लैके इत्थों लैके ये जिहड़ा गैप है इन्ने गैप नूं असीं कहने आ x इंटरसैप्ट, ते ये जिहड़ा साडा गैप सी ये सी y इंटरसैप्ट, ते ये जिहड़ा साडा हुंदा गा ये हुंदा स्लोप मतलब m। ओके है, कुछ इदां लाइन ड्रॉ दे लई तुसीं पॉइंट्स कैलकुलेट कर सकदे हो, उन्होंने स्लोप इंटरसैप्ट इक्वेशन बोलिया जाता। क्लीयर। तो इस डायग्राम में जस्ट तुहानूं मैं समझाया कि सपोज करो मेरी ये लाइन है पुत्त, ये लाइन भी ड्रॉ मैं इस इक्वेशन की हेल्प नाल कीती है, जिन्हों कि मैं वाई की नीचे इक्वेशन तुहानूं दस रही हूँ। वेट जी तुहानूं मैं आ स्लोप इंटरसैप्ट की इक्वेशन दस रही है ना, ठीक है, कई बुक्स के विच इत्थे बी लिखा होगा, कोई फर्क नहीं पैंदा। तो इस इक्वेशन नूं किवें मैं समझाया तुहानूं कि सपोज करो मेरी लाइन सिर्फ इन्नी की ही हैगी है, बट इस लाइन के आ वाले पॉइंट जिस तो अगे भी जे मैं लाइन नूं वधा दियां तो अगले पॉइंट्स किवें कैलकुलेट होणगे, वो कित्थों पता लगूगा तुहानूं, वो इस इक्वेशन तो पता लगू। स्लोप एक्स वैल्यू प्लस बी मतलब वाई इंटरसैप्ट, उन्हें लाइन नूं कित्थे कट्टिया उन्हें वाई इंटरसैप्ट बोलते हैं। ठीक है, तो
ਇਹ ਤੁਹਾਡਾ ਇੱਕ ਬੇਸਿਕ ਸੀ। ਤਾਂ ਹੁਣ ਕੀ ਹੈਗਾ, ਐਸੇ ਹੀ ਇਕੁਏਸ਼ਨ ਨੂੰ ਯੂਜ਼ ਕਰਕੇ, ਇਕੁਏਸ਼ਨ ਕੀ ਤੁਹਾਡੀ y = mx + c ਜਾਂ b ਵੀ ਕਹਿ ਸਕਦੇ ਹੋ, ਮੈਂ ਪਹਿਲਾਂ ਵੀ ਦੱਸਿਆ, ਠੀਕ ਹੈ। m ਹੁੰਦਾ ਤੁਹਾਡਾ ਸਲੋਪ, y ਹੁੰਦੀ ਤੁਹਾਡੀ b ਹੁੰਦੀ ਤੁਹਾਡੀ y ਇੰਟਰਸੈਪਟ, ਜਿੱਥੇ ਉਹ y ਦੀ ਲਾਈਨ ਨੂੰ ਕੱਟ ਰਹੀ ਹੈਗੀ। ਕਲੀਅਰ ਹੈ। ਤਾਂ m ਕੈਲਕੂਲੇਟ ਕਿਵੇਂ ਕੀਤਾ ਜਾਂਦਾ, m ਦਾ ਤੁਹਾਨੂੰ ਮੈਂ ਫਾਰਮੂਲਾ ਨੀਚੇ ਦੱਸਿਆ ਪੁੱਤ। m ਹੁੰਦਾ ਗਾ y2 - y1 / x2 - x1, ਜਿਹਨੂੰ ਅਸੀਂ ਡੈਲਟਾ x ਜਾਂ ਡੈਲਟਾ y ਵੀ ਬੋਲਦੇ ਆਂਗੇ, ਠੀਕ ਹੈ। ਕੁਛ ਨਹੀਂ, y ਦਾ ਡਿਫਰੈਂਸ, x ਦਾ ਡਿਫਰੈਂਸ, y ਦਾ ਡਿਫਰੈਂਸ ਤੇ x ਦਾ ਡਿਫਰੈਂਸ ਤੋਂ ਇੱਥੇ ਮੇਰਾ ਮਤਲਬ ਹੈ, ਜਿਵੇਂ ਸਪੋਜ਼ ਕਰੋ ਇਸ ਤੁਹਾਨੂੰ ਮੈਂ ਕੋਈ ਲਾਈਨ ਡਰਾਅ ਕਰਨ ਨੂੰ ਕਿਹਾ, ਠੀਕ ਹੈ। ਆਹ ਲਾਈਨ ਦੇ ਪੁਆਇੰਟਸ ਆ, ਪਹਿਲੀ ਵੈਲਿਊ ਹੁੰਦੀ ਹੈ x1 y1 x2 y2, ਠੀਕ ਹੈ। ਆ x1 y1 x2 y2, ਤਾਂ x ਦਾ ਆਪਸ 'ਚ ਗੈਪ ਕਿੰਨਾ, ਉਹਨੂੰ ਅਸੀਂ ਬੋਲਾਂਗੇ ਡੈਲਟਾ x, ਯਾਨੀ ਕਿ x2 - x1। ਤੇ ਦੂਜਾ ਬੋਲਿਆ ਜਾਂਦਾ ਸਾਡਾ ਡੈਲਟਾ y, ਯਾਨੀ ਕਿ y2 - y1। ਇਸ ਤਰੀਕੇ ਨਾਲ ਤੁਸੀਂ ਸਲੋਪ ਫਾਈਂਡ ਆਊਟ ਕਰ ਸਕਦੇ ਹੋ, ਸਲੋਪ ਫਾਈਂਡ ਆਊਟ ਕਰ ਸਕਦੇ ਹੋ। ਤਾਂ ਆਹ ਤੁਹਾਡਾ ਸਲੋਪ ਦਾ ਫਾਰਮੂਲਾ ਗਾ, ਜਿਹਨੂੰ ਤੁਸੀਂ ਇੱਦਾਂ ਵੀ ਲਿਖ ਸਕਦੇ ਹੋ y2 - y1 / x2 - x1, ਜਾਂ ਤੁਸੀਂ ਪੁੱਤ ਇੱਕ ਹੀ ਗੱਲ ਹੈ, ਡੈਲਟਾ x ਮਤਲਬ ਹੀ ਵੇਟ, ਜਿਹੜਾ ਨੀਚੇ ਤੁਹਾਨੂੰ ਮੈਂ ਸ਼ੋ ਕੀਤਾ ਡੈਲਟਾ x ਤੇ ਡੈਲਟਾ y ਦਾ ਮਤਲਬ ਇਹੀ ਹੁੰਦਾ। ਤੁਸੀਂ ਆਹ ਫਾਰਮੂਲਾ ਇੱਦਾਂ ਲਿਖੋ ਜਾਂ ਇੱਦਾਂ ਲਿਖੋ, ਇੱਕ ਹੀ ਗੱਲ ਹੈ, ਠੀਕ ਹੈ। ਫਿਰ ਆਉਂਦੀ ਹੈ v ਕਿਵੇਂ ਕੈਲਕੂਲੇਟ ਕੀਤੀ ਜਾਂਦੀ ਹੈ, v ਐਸੀ ਇਕੁਏਸ਼ਨ ਨੂੰ ਘੁਮਾ ਕੇ ਦੇਖੋ, v ਕੈਲਕੂਲੇਟ ਕਰਨ ਦਾ ਤਰੀਕਾ ਇਹ ਹੈ y1 - m × x1, ਠੀਕ ਹੈ। ਇਹ ਤੁਹਾਡਾ ਹੋਗਾ ਫਾਰਮੂਲਾ, ਤੁਸੀਂ ਯਾਦ ਰੱਖਣੇ ਨੇ ਦੋਨੇ। ਓਕੇ, ਅੱਛਾ ਤੱਕ ਹੁਣ ਅਸੀਂ ਕੀਤਾ m ਕਿਵੇਂ ਫਾਈਂਡ ਆਊਟ ਕਰਦੇ ਆ, v ਕਿਵੇਂ ਫਾਈਂਡ ਆਊਟ ਕਰਦੇ ਆ, ਸਲੋਪ ਇੰਟਰਸੈਪਟ ਇਕੁਏਸ਼ਨ ਕਿਹੜੀ ਹੈ ਤੁਹਾਡੀ, ਉਹ ਤੁਹਾਨੂੰ ਮੈਂ ਦੱਸਦੀ। ਹੁਣ ਇਹਦੇ 'ਚ ਤਿੰਨ ਗੱਲਾਂ ਆਉਣਗੀਆਂ। ਜਿਹੜਾ ਤੁਹਾਡਾ ਇਹ m ਹੋਊਗਾ, m ਤੁਹਾਡਾ ਜਾਂ ਇੱਕ ਤੋਂ ਛੋਟਾ ਨਿਕਲੂਗਾ, ਜਾਂ ਇੱਕ ਤੋਂ ਵੱਡਾ ਨਿਕਲੂ, ਜਾਂ ਇੱਕ ਦੇ ਬਰਾਬਰ ਨਿਕਲੂ। ਹੁਣ ਇਸ ਸਲੋਪ ਦਾ ਮਤਲਬ ਵੀ ਤੁਹਾਨੂੰ ਮੈਂ ਸਮਝਾ ਰਹੀ ਹਾਂ ਪੁੱਤ, ਸਲੋਪ ਦਾ ਮਤਲਬ ਕੀ ਹੈ। ਇੱਕ ਦੇਖੋ, ਇੱਕ ਤਾਂ ਇਹ ਚੀਜ਼ ਹੈਗੀ ਕਿ ਸਪੋਜ਼ ਕਰੋ, ਵੇਟ ਮੈਂ ਇੱਕ ਲਾਈਨ ਲਾ ਕੇ ਦਿਖਾ ਰਹੀ ਤੁਹਾਨੂੰ, ਆਪਾਂ ਐਗਜ਼ਾਮਪਲ ਬੈਕ ਦੀ ਐਗਜ਼ਾਮਪਲ ਚੱਕਦੇ ਹਾਂ। ਇਸ ਐਗਜ਼ਾਮਪਲਸ ਦੇ ਵਿੱਚ ਤੁਹਾਡੇ ਕੋਲ ਤਿੰਨ ਜਿਹੜੀਆਂ ਨੇ ਲਾਈਨਸ ਮੈਂ ਡਰਾ ਕਰਕੇ ਦਿਖਾਣਾ। ਜਿਹੜੀ ਫਸਟ ਲਾਈਨ, ਤੁਸੀਂ ਸਿਰਫ ਫਸਟ ਲਾਈਨ ਨੂੰ ਨੋਟ ਕਰਨਾ ਮੇਰੀ ਨੂੰ, ਇਸ ਲਾਈਨ ਨੂੰ। ਇਸ ਫਸਟ ਲਾਈਨ ਦੇ ਵਿੱਚ ਮੈਂ ਕੀ ਕੀਤਾ ਗਾ, ਮੇਰਾ 2 1 ਯਾਨੀ ਕਿ x ਦੀ 2 ਪੋਜੀਸ਼ਨ, y ਦੀ 1 ਪੋਜੀਸ਼ਨ ਤੇ ਇੱਕ ਪੁਆਇੰਟ ਹੈ, ਤੇ ਦੂਜਾ ਪੁਆਇੰਟ ਹੈ 6 2 ਤੇ, ਯਾਨੀ ਕਿ x ਦੀ 6 ਵੈਲਿਊ, y ਦੀ 2 ਵੈਲਿਊ। ਇਸ 'ਤੇ ਮੈਂ ਇੱਕ ਲਾਈਨ ਲਗਾਈ ਹੈ। ਹੁਣ ਜੇ ਆਪਾਂ ਦੇਖੀਏ ਪੁੱਤ, ਆ ਇੱਕ ਲਾਈਨ ਲਗਾਉਣ ਦੇ ਲਈ x ਬਹੁਤ ਵਾਰ ਵੱਧ ਰਿਹਾ, ਯਾਨੀ ਕਿ x ਦੀ ਤਾਂ ਬਹੁਤ ਦੂਰੀ ਹੈ ਨਾ, 6 ਤੱਕ ਜਾਣਾ ਅਸੀਂ ਸ਼ੁਰੂ ਕਿੱਥੋਂ ਹੋਣਾ, 2 ਤੋਂ, ਯਾਨੀ ਕਿ 4 ਦੀ ਦੂਰੀ ਹੈ। y ਦੀ ਅਸੀਂ ਗੱਲ ਕਰੀਏ, y 2 ਤੋਂ 1 ਦਾ ਹੀ ਫਰਕ ਹੈ, ਯਾਨੀ ਕਿ ਸਿਰਫ 1 ਦਾ ਫਰਕ ਹੈ। ਵੈਸੇ ਵੀ ਤੁਸੀਂ ਦੇਖੋ x ਵੱਲ ਨੂੰ ਲਾਈਨ ਵੱਧ ਵਧੀ ਹੈ, y ਵੱਲ ਨੂੰ ਤਾਂ ਬਹੁਤ ਥੋੜ੍ਹੀ ਜਿਹੀ ਵਧੀ ਹੈ ਨਾ। ਆਹ ਦੇਖੋ, y ਵੱਲ ਤਾਂ ਮੇਰੀ ਲਾਈਨ ਬਹੁਤ ਥੋੜ੍ਹੀ ਜਿਹੀ ਵਧੀ ਹੈ, x ਵੱਲ ਜ਼ਿਆਦਾ ਵਧੀ ਹੈ, ਹੈ ਨਾ। ਤਾਂ ਇਹ ਹੁੰਦਾ ਤੁਹਾਡਾ ਸਲੋਪ, ਆਪਾਂ ਕਿਹਾ ਸੀ ਨਾ। ਤਾਂ ਇੱਥੇ ਮੈਂ ਇਹੀ ਚੀਜ਼ ਸਮਝਾਉਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਹੈ ਕਿ ਜੇ ਦੇਖੋ ਤੁਹਾਡਾ m 1 ਤੋਂ ਛੋਟਾ, ਸਿੰਪਲ ਜੀ ਗੱਲ ਹੈ ਪੁੱਤ। m ਦਾ ਫਾਰਮੂਲਾ ਜੇ ਤੁਹਾਡੇ ਯਾਦ ਹੋਵੇ, ਮੈਂ ਉੱਪਰ ਕਿਹਾ ਸੀਗਾ y2 - y1 x2 - x1, y2 - y1 x2 - x1। ਉਹੀ ਫਾਰਮੂਲਾ ਲਾ ਕੇ ਤੁਸੀਂ ਉੱਪਰ ਕੱਢੋ। ਸਿੰਪਲ ਗੱਲ ਹੈ, ਜੇ ਤਾਂ ਉੱਪਰ y ਦਾ ਗੈਪ ਵੱਧ ਹੋਊਗਾ ਤਾਂ ਇਹ ਵਾਲੀ ਜਿਹੜੀ m ਦੀ ਵੈਲਿਊ ਗ੍ਰੇਟਰ ਦੈਨ 1 ਆਊਗੀ। ਜੇ ਨੀਚੇ ਵਾਲੀ ਵੈਲਿਊ ਵੱਧਦੀ ਹੈ, ਯਾਨੀ ਕਿ x ਦੀ ਦੂਰੀ ਵੱਡੀ ਹੈ, x ਦਾ ਫਰਕ ਬਹੁਤ ਜ਼ਿਆਦਾ ਪੈ ਰਿਹਾ, ਤਾਂ ਜਿਹੜਾ ਇਹ ਆਨਸਰ ਹੈ, ਜੋ ਜੇ ਪੁਆਇੰਟ ਮਤਲਬ ਸਿੰਪਲ ਗੱਲ ਹੈ, ਤੁਸੀਂ ਡਿਵੀਜ਼ਨ ਕਰਨ ਲੱਗੇ ਇੱਕ ਚੀਜ਼ ਦੇਖੀ ਹੋਊਗੀ, ਜੇ ਉੱਪਰਲਾ ਅੱਖਰ ਛੋਟਾ ਹੈਗਾ ਜਿਵੇਂ 3 ਹੈ, ਨੀਚੇ ਅੱਖਰ ਵੱਡਾ, ਜਦੋਂ ਆਪਾਂ ਨੂੰ ਕੈਲਕੂਲੇਟ ਕਰਾਂਗੇ ਵੈਸੇ ਵੀ ਸਿੰਪਲ ਗੱਲ ਹੈ ਕਿ ਆਨਸਰ ਪੁਆਇੰਟਾਂ 'ਚ ਆਊਗਾ। ਆਨਸਰ ਪੁਆਇੰਟਾਂ 'ਚ ਆਊਗਾ ਮਤਲਬ 1 ਤੋਂ ਛੋਟਾ ਆ ਰਿਹਾ। ਜੇ ਉੱਪਰ ਅੱਖਰ ਵੱਡਾ ਹੋਵੇ ਪੁੱਤ, ਨੀਚੇ ਅੱਖਰ ਛੋਟਾ ਹੋਵੇ, ਠੀਕ ਹੈ, ਉਹਦੇ ਅੱਗੇ 1 ਪੁਆਇੰਟ ਕੁਛ ਆ ਗਿਆ, 2 ਪੁਆਇੰਟ ਕੁਛ ਆ ਗਿਆ, ਮਤਲਬ ਵੈਲਿਊ 1 ਤੋਂ ਵੱਡੀ ਹੀ ਆਊਗੀ, ਗਰੰਟਡ ਹੈ। ਜੇ ਉੱਪਰਲੀ ਵੈਲਿਊ ਵੱਡੀ ਹੈ, ਜੇ ਨੀਚੇ ਵਾਲੀ ਵੈਲਿਊ ਵੱਡੀ ਹੈ, ਫਿਰ ਆਨਸਰ ਹਮੇਸ਼ਾ ਹੀ 1 ਤੋਂ ਛੋਟਾ ਹੁੰਦਾ, ਠੀਕ ਹੈ। ਤਾਂ ਆਹ 3 ਕੇਸ ਹੀ ਬਣਨਗੇ। ਜਾਂ ਤਾਂ ਜਿਹੜਾ ਸਾਡਾ ਸਲੋਪ ਹੈ ਉਹ 1 ਤੋਂ ਛੋਟਾ ਉਦੋਂ ਹੋਊਗਾ ਜਦੋਂ ਥਰਡੀ ਵੈਲਿਊ ਵੱਡੀ ਹੈ, ਯਾਨੀ ਕਿ x ਦਾ ਗੈਪ ਵੱਧਦਾ। m ਵੱਡਾ ਉਦੋਂ ਆਊਗਾ ਜਦੋਂ ਉੱਪਰਲੀ ਵੈਲਿਊ ਵੱਡੀ ਹੈ, ਯਾਨੀ ਕਿ y ਵਾਲਾ ਗੈਪ ਵੱਧਦਾ। ਤੇ m ਬਰਾਬਰ 1 ਦੇ ਉਦੋਂ ਆਊਗਾ ਜਦੋਂ ਦੋਨਾਂ ਦਾ ਗੈਪ ਇਕੁਅਲ ਆ, ਲਾਈਨ ਦੋਨੇ ਪਾਸੇ ਇੱਕੋ ਜਿਹੀ ਵੱਧ ਰਹੀ ਹੈ, x ਦੇ ਵਿੱਚ ਵੀ ਤੇ y ਦੇ ਵਿੱਚ ਵੀ,
ठीक है। तो हुण नोट करो ये तिन्ने लाइनां दी एग्जाम्पल मेरे ध्यान नाल नोट करो, तुसीं ड्रॉ भी करके रखो बाद दे विच फिर समझण दे लई। जिहड़ी मेरी पहली लाइन है इस दे विच देखो मेरा एक्स बहुत ज़्यादा वध रहा, वाई मेरी बहुत थोड़ी जी वध रही है, यानी कि इत्थे किहड़ा फॉर्मूला मेरा लागू होगा, यानी कि एम मेरा जिहड़ा हैगा गा कैलकुलेट करके भी तुसीं चैक कर सकते हो, एम मेरा एक तो छोटा होगा। दूजे नंबर वाली जिहड़ी मेरी लाइन है पुत्त वो इन्हां पॉइंट्स दे विच है, इहदे विच तुसीं देखो वाई दा डिफरेंस बहुत ज़्यादा है, ठीक है, एक्स का घट है, यानी कि एम मतलब जो मेरा स्लोप है एक तो वध आऊ, तो एक तो वध उदों आता जो असीं वाई वालों बहुत ज़्यादा वध रहे। आ लाइन देखो, आ लाइन से जे आप देखो समार के देखिए एक्स का तो बहुत थोड़ा जिहा गैप आ, वाई का गैप बहुत वड्डा, असीं वाई वालों ज़्यादा गए हैं। तो तीजी मेरी ये लाइन देखो पुत्त, आ वाली मेरी लाइन ऐसे देखो एक्स का तो वाई का इक्को जिहा गैप जा रहा, उन्नी ही मैं एक्स वधा रही, उन्नी ही मैं वाई वधा रही, ठीक है। तो आ तीन केस तुहाडे बनणगे जिन्हां नूं तुसीं बहुत ध्यान नाल एग्जाम्पल नूं नोट करके रख लिओ। तिन्ने केसिस दे विच किता की है, असीं सिर्फ ये चीज़ चैक कीती हैगी कि जिहड़ा मेरा एम है वो एक तो छोटा वड्डा या बराबर है। हुण मैं तुहानूं पहलां भी दसदा एक तो छोटा उदों आऊगा जदों नीचे वैल्यू वड्डी होगी, है ना, 9 उपर वैल्यू छोटी है। ये उदों आऊगा जो वाई वाल नूं वध वधना सी, ते ये उदों आऊगा जो दुलना वाल नूं इक्को जिहा वधना, ये जो एक्स वाल नूं ज़्यादा वधना, है ना। ये सिंपल जी दिमाग 'च गल बिठा के रखो। हुण असीं की करदे हां, इसे दे अकॉर्डिंग ही असीं अगे साडी जिहड़ी लाइन ड्राइंग एल्गोरिदम है उहनूं कवर करांगे। तो हुण शुरू करदे हां साडी वापस एल्गोरिदम। तो जिहड़ा एल्गोरिदम है इहदे विच इन्हां ने कि दस्सिआ कि तुसीं लाइन ड्राइंग मतलब सॉरी स्लोप इंटरसेप्ट इक्वेशन नूं यूज़ करके जिहड़ी आ इक्वेशन इसनूं यूज़ करके तुसीं किसी लाइन दे कोआर्डीनेट्स नूं फाइंड आउट कर सकते हो, उन्हां दे वैल्यूज़ नूं फाइंड आउट कर सकते हो। क्लीयर। तो वापस वही सारा फॉर्मूले दी एक्सप्लेनेशन है बेटा बुक दी कि तुहाडे लाइन दे लई 2 पॉइंट्स हुंदे आ, पहला x1 y1 दूजा x2 y2, तो तुसीं उसदा स्लोप इस तरीके नाल जिहड़ा है वो कैलकुलेट कर सकते होगे। स्लोप कैलकुलेट करन तो बाद तुहाडे कोल तुसीं बी भी कैलकुलेट कर सकते हो, तुहाडी बी दे फॉर्मूला ए वाला तुहाडा आपां ऑलरेडी कर चुके हैं, ठीक है। फिर करन तो बाद तुहाडे कोल एम दे 3 केस बनणगे पुत्त, एम छोटा होऊगा, वड्डा होऊगा ਜਾਂ बराबर हो। तो कहते जो एम तुहाडा जिहड़ा है वो छोटा गा, यानी कि एक्स वाल नूं हॉरिजोंटल डायरैक्शन च असीं ज़्यादा जा रहे हैं, ठीक है, यानी कि एक्स नूं तो हमेशा असीं 1 नाल प्लस करांगे, वाई की वैल्यू असीं डिसाइड करिया करांगे। जो तुहाडा एम एक तो वड्डा आ रहा यानी कि असीं वर्टिकल नूं ज़्यादा जा रहे हैं, असीं वर्टिकल वारी हमेशा एक वध के वैल्यू वधाई जावांगे जिवें, ठीक है। तो एक्स की असीं वैल्यू कंप्यूट करिया करांगे, जे दोनों वधा तो सिंपल जी गल है एक्स नूं भी 1 नाल वधा लो, वाई नूं भी 1 नाल वधा लो। किमें कह रही हैं मैं ये वापस अपनी लाइन ड्राइंग एल्गोरिदम ते चलते हैं आपां। इस एग्जाम्पल च देखो मैं बेटा 3 तो शुरू होके इस एग्जाम्पल की 3rd लाइन की मैं गल कर रही हूँ, इस पॉइंट तो शुरू होकर इस ते जाना, मैनू पता दोनों की दूरी इक्को जी आ, यानी कि अगला पॉइंट मैं ला लूँगी 4 ते, अगला ला लूँगी 5 ते, अगला हो गया 6 ते, यानी कि हर बार मैं एक्स नूं भी 1 नाल वधाया, वाई नूं भी 1 नाल वधाया। बट इहदे च नहीं ना ये चीज़ चलनी, इह तो एक्स का गैप बहुत ज़्यादा है, यानी कि मैं एक्स नूं तां 1 नाल वधाई जाऊँगी, बट वाई मैनू डिसाइड करनी पिया करूँ कि वाई मैं 1 ही रखनी है कि 2 ही रखनी है, ठीक है। इस तरीके नाल इत्थे वाई बहुत ज़्यादा वध रही है तो वाई तो मैं 1 नाल वधा दूँगी, एक्स मैनू डिसाइड करना पऊगी एक्स की वैल्यू की होगी। तो यही डिसाइड करने का जिहड़ा तरीका इस एल्गो दे विच है। तो इस एल्गोरिदम दे विच बुक तो आपां बाद दे विच करांगे, 3 में तुहाडे मेन केसिस बनणगे बेटा। जे एम 1 तो छोटा गा तो एक्स नूं तो 1 नाल वधा लो, वाई कंप्यूट करो इस फॉर्मूले नाल। वाई किस फॉर्मूले नाल करनी है, वाई इक्वल्स टू एम इंटू एक्स प्लस बी, ये लिखो जाएगी, ये लिखो एक ही गल है एम एक्स प्लस बी, ये वाई का फॉर्मूला। जो भी स्लोप 1 तो छोटा आऊगा एक्स हमेशा ही 1 नाल वधूगी, वाई तुसीं ये फॉर्मूला ला के कंप्यूट करोगे। दूजा तुहाडा केस आउंदा जो भी एम 1 तो वड्डा गा, जे एम 1 तो वड्डा वाई मतलब असीं वाई वाल नूं ज़्यादा वध रहे हैं, वाई हमेशा ही 1 नाल वधाओगे, एक्स तुहानूं कैलकुलेट करना पऊ, आ फॉर्मूला कह लो या फॉर्मूला कह लो, एक ही गल है, ठीक है। मैं सिर्फ दोनों लिखने के तरीके अलग अलग रखे हैं। तीसरा केस है जो एम इक्वल हो तो पता ही है दोनों ही 1 नाल असीं वधा देंगे। हुण तुसीं अगे आपां एग्जाम्पल्स करांगे, आ तुसीं केस याद रखने हैं, मतलब मेन तो तुसीं आ फॉर्मूले याद रखने असीं किस तरीके नाल कैलकुलेट करना। हुण वापस 3 केसिस तुसीं ध्यान लै लो, स्क्रीनशॉट लैके रख लिओ। हुण वापस आपां अपनी इक्वेशन ते चलदे हैं, तो आही चीज़ असीं डिस्कस करनी है। तो इत्थों तक साडा हो गया। हुण अगे आउंदी साडी इहदी एल्गोरिदम, इत्थों तक तो असीं सिर्फ इहदी देखिए कि एल्गोरिदम कितना काम करती है, किवें आ। हुण इहदी एल्गोरिदम असीं दसने कि असीं किवें के वैल्यूज़ कंप्यूट करते हैं।
ठीक है। ये एल्गोरिदम भी तुसी दसनी होगी। इस तो इलावा तुसी प्रैक्टिकल फाइल्स के लिए दा प्रोग्राम बनाना होगा। एग्जाम के प्रोग्राम नहीं आऊगा, कल्ली एल्गो आ सकती है, बट वो भी दूसरियां 2 एल्गोज मेन ने उन्होंने दियां। फिर असीं एग्जाम्पल दे विच भी देखांगे कि किद्दां इन्हां ने जिहड़े पॉइंट्स कैलकुलेट कीते ने, जिहड़ा साडा प्रोग्राम है वो किद्दां इन्हां पॉइंट्स नूं कैलकुलेट करके लाइन ड्रॉ करूगा। तो हुण वापस असीं एल्गोरिदम ते आउणे आ। तो एल्गोरिदम की कहंदी है कि तुहाडे एंड पॉइंट ले लो x1 y1 x2 y2, ठीक है। उन्होंने एंड पॉइंट्स के अकॉर्डिंग तुसी डेल्टा एक्स डेल्टा वाई समझते हो ना। तो मैं पहला भी दसिया डेल्टा वाई की होंगी है y2 माइनस y1, डेल्टा एक्स की होंगे x2 माइनस y2 सॉरी x2 माइनस x1, तो स्लोप की होंगे डेल्टा वाई बटा डेल्टा एक्स, तो जां बैक वाला उदा फार्मूला लिख लो इत्थे, इदा डेल्टा नहीं लिखना तो पूरा लिखो y2 माइनस y1 डिवाइडेड बाय x2 माइनस x1। वो तो एक ही गल है बेटा, ठीक है। तो तुसी सिंपल ये कहोगे कि डेल्टा एक्स तो डेल्टा वाई की वैल्यू कढ़ लो, फिर तुसी स्लोप ते वी की वैल्यू भी कढ़ो, यानी कि एम ते बी की वैल्यू कढ़ो। कढ़न तो बाद फिर आपां की करना, हुण आपां चैक करांगे कि साडी एम की वैल्यू 1 है कि 1 तो घट आ या 1 के बराबर आ, ठीक है। ये चीज़ां वेट आ तुहानूं मैं एक बार स्टैप छुड़वा रही हाँ, 4th तो लैके तुसी 5th तक नहीं करना, एक बार नहीं करना, तुसी डायरैक्ट 6th तो देखो, ठीक है। असी बी कढ़ ली, एम कढ़ लिया, स्लोप कढ़ लिया, वाई इंटरसैप्ट भी कढ़ लिया। फिर असी देख ओबीअस है एक पॉइंट तो दूजे पॉइंट तक उन्ना टाइम जाई जावांगे जिन्ना टाइम असी उत्थे पहुँचते नहीं, उन्ना टाइम ही कैलकुलेट करांगे ना। तो ये उही चीज़ है, जिन्ना टाइम साडा एक्स छोटा गा एक्स एंड तो जिस तक असी जाना, जिन्ना टाइम वो तो छोटा उन्ना टाइम ही असी आ काम करी जाना। किहड़ा काम करना वो देखो हुण ध्यान नाल। एक तो असीं उत्थे पॉइंट लाउंदे रहांगे हर बार, तो अगला पॉइंट किवें कढ़िया करांगे, जे साडा एम छोटा गा 1 तो, इन्हां ने इक्वल भी ही फार्मूला ले लिया, 1 तो छोटा गा तो एक्स नूं तां 1 नाल वधा दो, वाई ते फार्मूला कैलकुलेट करो, तो जे 1 तो वड्डा तो वाई 1 नाल वधा दो, एक्स नूं इस फार्मूला कैलकुलेट करो। तो वापस फिर 6वें स्टैप पर जाओ, फिर देखो कि असीं एक्स एंड तक पहुँच गए तो क्या नहीं, वापस यही चीज़ां कैलकुलेट करी चलो, इदां करके पॉइंट्स कैलकुलेट हो ही जाएंगे। तो सिंपल है, तुसी शुरू दे विच आपदा एम ते बी की वैल्यू फाइंड आउट करो। एम फाइंड आउट करने लिए डेल्टा वाई माइनस बटा डेल्टा एक्स फाइंड आउट करो, बी का फार्मूला लाओ, उस तो बाद स्लोप चैक करते रहो, स्लोप थोड़ा एम ही होंदा, एम छोटा कि बड़ा छोटा गा तो आ फार्मूला वड्डा गा तो आ फार्मूला ला के अगले अगले पॉइंट्स कैलकुलेट करो। हुण बारी उन्होंने पॉइंट्स की जिहड़े मैं शुरू च छड़वाए आ, इन्हां ने बेटा x2 नूं मन्निया, y2 नूं मन्निया, एक्स एंड x1 नूं मन्निया। इत्थे एक चीज़ देखो कि किस चीज़ का फर्क है, इत्थे इन्हां ने आ सिर्फ चीज़ मतलब सिर्फ एक्स ते वाई किनूं मन रहे हैं, ये दस्सण दे लई एक चीज़ तुहानूं मैं दसदी हाँ। इत्थे बैक दी एग्जाम्पल च ही सानूं जाना पऊ, बैटर समझ आऊगा। ओके अच्छा, एक चीज़ देखो, जरूरी तो नहीं हर बार मैं आ पॉइंट दा पहलां दस्सां, आ पॉइंट पिछों दस्सां, ठीक है। एक तो तुहानूं मैं कहा कि एक्स 2 आ वाई 1 आ, तो वह दूजा पॉइंट है एक्स 6 वाई 2, लाइन ड्रॉ कर दो। यदा उल्टा भी तो कह सकती सी, पहला पॉइंट मैं है मेरा 6 2, दूजा पॉइंट है 2 1, तो होगा कि मैं कहा इधरों लाइन ड्रॉ करो, एक बार मैं ऐ कि इधरों ड्रॉ करो, गल तो एक ही है ना। एक च मैं आ एंड पॉइंट नूं पहला पॉइंट मन्निया, इनू दूजा मन्निया, एक च इनू पहला मन्निया दूजा मन्निया, तो इस अकॉर्डिंग सिर्फ इन्ना फर्क पै रहा किसी इधर नूं जा रहे हैं, किसी असीं वापस इधर नूं आ रहे हैं, ठीक है। तो वो सानूं किवें पता लगू कि असीं इधर नूं जाना गा, ठीक है, कि इधर नूं आना गा, क्योंकि उस अकॉर्डिंग दसांगे ना साडा एंड कौन है तो स्टार्टिंग किहड़ा पॉइंट है। स्टार्टिंग वाले नूं एक्स कहना गा, एंड वाले नूं असीं एक्स एंड कहांगे, है ना, एम वाई एंड वाई स्टार्ट। तो वो असीं किवें दसांगे, सिंपल गल है पुत्त, जे मेरा पहला पॉइंट छोटा तो दूजा वड्डा तो असीं इधर नूं जा रहे हैं, ठीक है। पहला वड्डा गा दूजा छोटा गा तो असीं इधर नूं आ रहे हैं, ओके आ। तो यही चीज़ असीं पहलां उपर चैक की एल्गोरिदम दे विच, वापस अपने एल्गोरिदम ते चलीए। ओके, यही चीज़ असीं इत्थे कह रहे हैं कि जे साडा एक्स का डिफरेंस 0 तो छोटा डिफरेंस उदों आऊगा जदों साडी पहली वैल्यू छोटी आ, यानी कि ये चीज़ देखो मैं क्या एक्स मेरा 2 तो दूजे पासे मेरा एक्स सीगा 6, ठीक है। एक तो ये चीज़ है, तो एक है 6 माइनस 2, ठीक है। तो ये आंसर जोड़ा है नैगेटिव दे विच आऊगा, यानी कि आ वाला रूल हो गया।
ਇਹਦੇ 'ਚ ਆਂਸਰ ਪੋਜ਼ਿਟਿਵ 'ਚ ਆਊਗਾ, ਜੇ ਅੱਗੇ ਵੱਡੀ ਵੈਲਿਊ ਆ ਤਾਂ ਆਹ ਵਾਲਾ ਰੂਲ ਹੋ ਗਿਆ। ਠੀਕ ਹੈ, ਤਾਂ ਅਸੀਂ ਕਿਹਾ ਨਾ ਸਟਾਰਟਿੰਗ ਪੁਆਇੰਟ 'ਚ ਅਸੀਂ x2 ਨੂੰ ਮੰਨਿਆ ਗਿਆ, ਇਹਦੇ 'ਚ ਅਸੀਂ y2 ਨੂੰ, ਮਤਲਬ ਸਟਾਰਟਿੰਗ ਪੁਆਇੰਟ x2 y2 ਆ ਤੇ ਐਂਡ ਇਹ ਵਾਲਾ, ਇਹਦੇ 'ਚ ਸਟਾਰਟਿੰਗ ਪੁਆਇੰਟ x1 y1 ਆ, ਐਂਡ ਇਹ ਵਾਲਾ। ਮਤਲਬ ਹੁਣ ਕਲੀਅਰ ਹੋਈ ਇਸ ਚੀਜ਼ ਦਾ ਰੂਲ ਕੀ ਹੈ। ਇਹਦਾ ਰੂਲ ਹੈ ਕਿ ਅਸੀਂ ਇੱਧਰ ਨੂੰ ਜਾ ਰਹੇ ਹਾਂ ਕਿ ਅਸੀਂ ਇੱਧਰ ਨੂੰ ਆ ਰਹੇ ਹਾਂ। ਲਾਈਨ ਡਰੋ ਕਰਦੇ ਇੱਧਰੋਂ ਸ਼ੁਰੂ ਕਰਾਂਗੇ ਲਾਈਨ ਡਰੋ ਕਰਨੀ ਕਿ ਇੱਧਰੋਂ ਸ਼ੁਰੂ ਕਰਾਂਗੇ ਲਾਈਨ ਡਰੋ ਕਰਨੀ, ਉਸੇ ਅਕੋਰਡਿੰਗ ਅਸੀਂ ਮਤਲਬ ਤੁਹਾਡਾ x ਸ਼ੁਰੂ ਦੇ ਵਿੱਚ ਡਿਸਾਈਡ ਕਰ ਰਹੇ ਕਿ ਅਸੀਂ ਸ਼ੁਰੂ ਕਿੱਥੋਂ ਹੋਣਾ ਤੇ ਸਾਡਾ ਐਂਡ ਕਿਹੜਾ। ਅਸੀਂ ਇੱਥੇ ਕਹਿਣਾ ਕਿ ਜਿੰਨਾ ਟਾਈਮ x ਵੱਡਾ ਐਂਡ ਤੋਂ, ਉਨਾ ਟਾਈਮ ਹੁਣ x ਹੈ ਕੀ, ਇਹ ਚੀਜ਼ ਅਸੀਂ ਇੱਥੇ ਡਿਸਾਈਡ ਕੀਤੀ ਹੈ। ਆਈ ਹੋਪ ਕਲੀਅਰ ਹੋਊਗਾ ਤੁਹਾਨੂੰ। ਉਸ ਤੋਂ ਬਾਅਦ ਇਹਦਾ ਪ੍ਰੋਗਰਾਮ ਵੀ ਦਿਖਾਇਆ ਹੋਇਆ ਬੇਟਾ, ਤਾਂ ਪ੍ਰੋਗਰਾਮ ਬਾਰੇ ਵੀ ਮੈਂ ਐਕਸਪਲੇਨ ਕਰਦੇ ਹਾਂ। ਹਾਲਾਂਕਿ ਪ੍ਰੋਗਰਾਮ ਆਪਾਂ ਸਿਰਫ ਪ੍ਰੈਕਟੀਕਲ ਪੁਆਇੰਟ ਆਫ ਵਿਊ ਤੋਂ ਹੀ ਕਰਨੇ ਆ। ਪ੍ਰੋਗਰਾਮ ਲਈ ਇੱਕ ਚੀਜ਼ ਯਾਦ ਰੱਖਿਓ, ਸੀ ਦੇ ਵਿੱਚ ਮੈਂ ਆਈ ਥਿੰਕ ਤੁਹਾਨੂੰ ਬਹੁਤ ਸ਼ੁਰੂ 'ਚ ਵੀ ਦੱਸਿਆ ਕਿ ਸੀ ਦੇ ਵਿੱਚ ਗ੍ਰਾਫਿਕਸ ਵੀ ਹੁੰਦਾ। ਮਤਲਬ ਸੀ ਦੇ ਪ੍ਰੋਗਰਾਮ ਤੁਸੀਂ ਲਾਈਨ ਡਰੋ ਕਰ ਸਕਦੇ ਹੋਗੇ, ਸਰਕਲ ਡਰੋ ਕਰ ਸਕਦੇ ਹੋ, ਉਹਨਾਂ ਦੇ ਕਲਰ ਵੀ ਸੈੱਟ ਕਰ ਸਕਦੇ ਹੋਗੇ, ਮਤਲਬ ਬੜਾ ਸੋਹਣਾ ਸੋਹਣਾ ਵੀ ਲਿਖ ਸਕਦੇ ਹੋ ਸੀ ਦੇ ਵਿੱਚ। ਉਹ ਬਲੈਕ ਐਂਡ ਵਾਈਟ ਸਕਰੀਨ ਦੇ ਉੱਪਰ ਵੀ ਕਲਰਫੁਲ ਲਾਈਨ ਸਰਕਲ ਇੱਦਾਂ ਕੁਛ ਡਰੋ ਹੋ ਜਾਂਦਾ, ਬਟ ਜਸਟ ਉਹਦੇ ਲਈ ਤੁਹਾਨੂੰ ਹੈਡਰ ਫਾਈਲ graphics.h ਨੂੰ ਨਾਲ ਲੈਣਾ ਪੈਂਦਾ ਹੈਗਾ ਪ੍ਰੋਗਰਾਮ ਦੇ, ਤੇ ਜਿਹਦੇ ਲਈ ਤੁਸੀਂ ਇੱਕ GD ਤੇ ਇੱਕ GM ਗ੍ਰਾਫਿਕ ਡਰਾਈਵਰ ਤੇ ਗ੍ਰਾਫਿਕ ਮੋਡ ਲੈਂਦੇ ਹੋ। ਗ੍ਰਾਫਿਕ ਡਰਾਈਵਰ ਸਾਨੂੰ ਪਤਾ ਨਹੀਂ ਹੁੰਦੇ ਸਾਡੇ PC ਤੇ ਕਿਹੜੇ ਆ, ਤਾਂ ਅਸੀਂ ਡਿਟੈਕਟ ਲਿਖ ਕੇ ਛੱਡ ਦਿੰਦੇ, ਉਹ ਆਪਣੇ ਆਪ ਡਿਟੈਕਟ ਕਰ ਲੈਂਦਾ ਕਿਹੜੇ ਗ੍ਰਾਫਿਕ ਡਰਾਈਵਰ ਤੁਹਾਡੇ PC ਤੇ ਹੈਗੇ ਤੇ ਕਿਹੜਾ ਗ੍ਰਾਫਿਕ ਮੋਡ ਹੈ। ਤੇ ਇੱਕ ਉਹਦੇ ਲਈ ਆਹ ਲਾਈਨ ਸਪੈਸ਼ਲ ਲਿਖਣੀ ਪੈਂਦੀ ਹੈ ਬੇਟਾ। ਇਨਿਟ ਗ੍ਰਾਫਿਕ ਅਸੀਂ ਇਨੀਸ਼ੀਅਲਾਈਜ਼ ਕਰਾਉਣੇ ਆ ਗ੍ਰਾਫਿਕਸ ਨੂੰ, ਕਿਵੇਂ ਕਰਾਉਣੇ ਆ, ਜਿਹੜੇ ਵੀ ਗ੍ਰਾਫਿਕ ਡਰਾਈਵਰ ਆ, ਕਿਉਂਕਿ ਅਸੀਂ ਤੁਹਾਨੂੰ ਕਹਿੰਦਾ ਨਾ ਡਿਟੈਕਟ ਅਪ ਵੀ ਕਰ ਲਾ, ਤੇ ਗ੍ਰਾਫਿਕ ਮੋਡ ਆ ਸਾਡੇ PC ਦਾ, ਅਸੀਂ ਸਿਰਫ ਲੋਕੇਸ਼ਨ ਦੱਸਦੇ ਹਾਂ ਸਾਡੀ C ਦੇ ਵਿੱਚ BGI, ਠੀਕ ਹੈ, ਕਿੱਥੇ ਸਟੋਰ ਹੈ। ਜਿਵੇਂ ਸੀ ਦੇ ਪ੍ਰੋਗਰਾਮ ਲਈ ਤਾਂ ਬਿਨ ਹੁੰਦੀ ਹੈ, ਗ੍ਰਾਫਿਕਸ ਲਈ BGI ਹੁੰਦੀ ਹੈ, ਉਹ ਕਿੱਥੇ ਹੈ ਉਹ ਸਿਰਫ ਉਹਦੀ ਲੋਕੇਸ਼ਨ ਦੇ ਦਿਓ, ਉੱਥੋਂ ਆਪਣੇ ਆਪ ਇਹਨਾਂ ਸਾਰਿਆਂ ਨੂੰ ਲੱਭ ਕੇ ਇਨੀਸ਼ੀਅਲਾਈਜ਼ ਕਰਵਾ ਦੂਗਾ। ਓਕੇ ਹੈ। ਫਿਰ ਲਾਈਨ ਡਰੋ ਕਰਨ ਦੇ ਲਈ ਅਸੀਂ ਬਾਕੀ ਕੈਲਕੂਲੇਸ਼ਨਸ ਬਾਅਦ 'ਚ ਕਰਦੇ ਹਾਂ, ਮੈਂ ਸਿਰਫ ਗ੍ਰਾਫਿਕਸ ਦੇ ਪੁਆਇੰਟ ਆਫ ਵਿਊ ਤੋਂ ਦੱਸ ਰਹੀ ਹਾਂ। ਅਸੀਂ ਇੱਦਾਂ ਇੱਦਾਂ ਕਰਕੇ ਪਿਕਸਲਸ ਲਗਾਉਂਦੇ ਜਾਵਾਂਗੇ। ਸੀ ਦੀ ਗ੍ਰਾਫਿਕਸ 'ਚ ਇਹ ਰੂਲ ਹੈ ਬੇਟਾ, ਜਿਸ ਕਿ ਨਾ ਪੁੱਟ ਪਿਕਸਲ XY, ਮਤਲਬ X ਦੀ ਇਸ ਜਗ੍ਹਾ ਤੇ Y ਦੀ ਇਸ ਜਗ੍ਹਾ ਤੇ ਗ੍ਰੀਨ ਕਲਰ ਦਾ ਪਿਕਸਲ ਲਾ ਦੇ, ਤਾਂ ਇੱਕ ਡਾਟ ਲਾ ਕੇ ਛੱਡ ਦੂਗਾ। ਫਿਰ ਇੱਦਾਂ ਹੀ ਹੋਰ ਪਿਕਸਲ ਡਾਟ, ਤਾਂ ਅਸੀਂ ਦੇਖੋ ਇੱਦਾਂ ਕਲਰਫੁਲ ਡਾਟਸ ਨਾਲ ਉਹ ਬਣਾ ਕੇ ਦਿਖਾ ਰਹੇ ਹਾਂ। ਅਗਰ ਤੁਹਾਡੇ ਕੋਲ ਸੀ ਹੈ ਤਾਂ ਤੁਸੀਂ ਕਰ ਸਕਦੇ ਨਾ ਪ੍ਰੋਗਰਾਮ ਨੂੰ ਇੰਪਲੀਮੈਂਟ ਕਰਕੇ ਵੀ ਦੇਖੋ। ਓਕੇ ਹੈ। ਹੁਣ ਤਾਂ ਗ੍ਰਾਫਿਕਸ ਡਰਾਈਵਰ ਮੋਡ ਅਸੀਂ ਸਭ ਕੁਝ ਕਰਨ ਤੋਂ ਬਾਅਦ ਅਸੀਂ ਜੋ ਪੁਆਇੰਟਸ ਲਏ ਸੀ XY ਵਗੈਰਾ, ਉਹਨਾਂ ਦੀ ਅਸੀਂ ਪਹਿਲਾਂ ਇਨਪੁਟ ਕਰਵਾ ਲਈ। ਅਸੀਂ X1 Y1 ਤੇ X2 Y1 ਦੀ ਲੈ ਲਈ ਵੈਲਿਊ, ਅਸੀਂ M ਤੇ B ਨੂੰ ਕੰਪਿਊਟ ਵੀ ਕਰ ਲਿਆ। ਉਸ ਤੋਂ ਬਾਅਦ ਅਸੀਂ ਸਾਡਾ ਡਾਇਰੈਕਟ, ਅਸੀਂ ਇੱਥੇ ਡਾਇਰੈਕਟ ਹੀ ਮੰਨੇ ਸੀ, ਅਸੀਂ ਪ੍ਰੋਗਰਾਮ 'ਚ ਚੈੱਕ ਹੀ ਨਹੀਂ ਕੀਤਾ ਕਿ ਸਾਡਾ X ਕੌਣ ਤੇ Y ਕੌਣ। ਅਸੀਂ ਡਾਇਰੈਕਟ ਮੰਨ ਲਿਆ ਵੀ ਪਹਿਲਾਂ X ਦੀ ਵੈਲਿਊ ਸਾਡੀ X ਹੈਗੀ ਤੇ ਸਟਾਰਟਿੰਗ ਵਾਲੀ Y ਦੀ ਵੈਲਿਊ ਸਾਡੀ Y ਆ। ਫਿਰ ਅਸੀਂ ਜਿਹੜੀ ਸਾਡੀ ਕੈਲਕੂਲੇਸ਼ਨਸ ਵਗੈਰਾ ਨੇ ਉਹ ਸ਼ੁਰੂ ਕੀਤੀਆਂ, ਯਾਨੀ ਕਿ ਅਸੀਂ ਇਹ ਦੱਸਿਆ ਕਿ ਜਿੰਨਾ ਟਾਈਮ ਅਸੀਂ X ਐਂਡ ਤੇ Y ਐਂਡ ਤੇ ਨਹੀਂ ਪਹੁੰਚਦੇ, ਠੀਕ ਹੈ, ਇੱਕ ਪੁਆਇੰਟ ਤੋਂ ਸ਼ੁਰੂ ਹੋ ਕੇ ਜਿੰਨਾ ਟਾਈਮ ਅਸੀਂ ਦੂਜੇ ਪੁਆਇੰਟ ਤੱਕ ਨਹੀਂ ਪਹੁੰਚਦੇ, ਉਨੇ ਪੁਆਇੰਟ ਤੱਕ ਇਹ ਕੰਮ ਕਰੀ ਚੱਲੇ। ਕੰਮ ਕੀ ਕਰੇ, ਜੇ ਛੋਟਾ ਗਾ ਤਾਂ X ਪਲੱਸ Y ਨੂੰ ਕੰਪਿਊਟ ਕਰੇ ਫਾਰਮੂਲੇ ਨਾਲ, ਜੇ ਵੱਡਾ ਗਾ ਤਾਂ Y ਨੂੰ ਇੱਕ ਨਾਲ ਪਲੱਸ ਕਰੇ ਤੇ X ਨੂੰ ਕੰਪਿਊਟ ਕਰੇ ਤੇ ਪਿਕਸਲ ਲਗਾਉਂਦਾ ਰਹੇ। ਹਾਲਾਂਕਿ ਪ੍ਰੋਗਰਾਮ ਤੁਹਾਡੇ ਨਹੀਂ ਹੈ ਸਿਲੇਬਸ 'ਚ, ਬਟ ਮੈਂ ਜਸਟ ਇੱਕ ਵਾਰ ਦੱਸ ਰਹੀ ਹਾਂ। ਹੁਣ ਇਸ ਦੀ ਇੱਕ ਐਗਜ਼ਾਮਪਲ ਦਿੱਤੀ ਹੋਈ ਹੈ ਅੱਗੇ, ਉਹਨਾਂ ਨੇ 1-1 ਤੋਂ ਸ਼ੁਰੂ ਹੋ ਕੇ 8-5 ਤੱਕ ਇੱਕ ਲਾਈਨ ਡਰੋ ਕਰਨ ਨੂੰ ਕਿਹਾ, ਤੇ ਹੁਣ ਤੁਸੀਂ ਡਿਸਾਈਡ ਕਰਨਾ ਹੈ ਕਿ ਇਹਦੇ ਅਗਲੇ ਪੁਆਇੰਟ ਕਿਹੜੇ ਹੋਣਗੇ। ਠੀਕ ਹੈ, ਤੇ ਹੁਣ ਜੇਕਰ ਅਸੀਂ ਦੇਖੀਏ ਬੇਟਾ, ਸਿੰਪਲ ਗੱਲ ਅਸੀਂ ਵੈਸੇ ਹੀ ਦੇਖ ਲਓ, X ਦਾ ਗੈਪ ਹੈਗਾ 7 ਦਾ, ਯਾਨੀ ਕਿ 8 ਤੋਂ 7 ਹੈ ਨਾ, ਤੇ Y ਦਾ ਗੈਪ ਹੈਗਾ 4 ਦਾ, ਯਾਨੀ ਕਿ ਸਲੋਪ ਸਾਡਾ 1 ਤੋਂ ਛੋਟਾ ਆਊਗਾ। ਉੱਪਰਲੀ ਵੈਲਿਊ ਛੋਟੀ, ਥੱਲੜੀ ਵੱਡੀ ਆ, ਤਾਂ M ਸਾਡਾ ਛੋਟਾ ਆਊਗਾ, ਤਾਂ ਉੱਪਰ ਵਾਲਾ ਫਾਰਮੂਲਾ ਸਾਡਾ ਕਿਹੜਾ ਲੱਗੂਗਾ, ਇਹਦੇ ਵਿੱਚ ਸਾਡਾ ਆਹ ਵਾਲਾ ਫਾਰਮੂਲਾ ਇੱਥੇ ਲੱਗੂਗਾ। ਠੀਕ ਹੈ, ਇਹ ਕਿਵੇਂ ਯੂਜ਼ ਹੋਣਾਗਾ ਇਹ ਦੇਖੋ। ਅਸੀਂ ਡੈਲਟਾ X ਡੈਲਟਾ Y ਕੰਪਿਊਟ ਕਰ ਲਏ, ਅਸੀਂ ਉਸ ਅਕੋਰਡਿੰਗ MB ਕੰਪਿਊਟ ਕਰ ਲਿਆ। M ਤੋਂ ਬਾਅਦ ਅਸੀਂ ਉਹੀ ਫਾਰਮੂਲਾ ਪੁੱਟ ਕਰਕੇ Y ਦੀ ਵੈਲਿਊ ਵੀ ਕੰਪਿਊਟ ਕਰ ਲਈ। ਠੀਕ ਹੈ, ਤੇ ਫਿਰ ਅਸੀਂ ਦੇਖਿਆ ਕਿ ਜਿਹੜਾ ਸਾਡਾ ਸਲੋਪ ਹੈ ਉਹ ਤਾਂ 1 ਤੋਂ ਛੋਟਾ ਗਾ, ਤਾਂ ਅਸੀਂ X ਦਾ ਹਰ ਵਾਰ 1 ਹੀ ਭਰਾਂਗੇ, Y ਦੀ ਵੈਲਿਊ ਅਸੀਂ ਕੈਲਕੂਲੇਟ ਕਰਾਂਗੇ ਆ ਫਾਰਮੂਲੇ ਦੇ ਨਾਲ। ਆ ਤਾਂ ਰਫ ਪੁਆਇੰਟਾਂ ਦੇ ਵਿੱਚ ਜਿਹੜੀ ਕੈਲਕੂਲੇਸ਼ਨ ਆਊਗੀ, ਬਟ ਪੁਆਇੰਟਸ ਅਸੀਂ ਇਹਨਾਂ 'ਤੇ ਪਲਾਟ ਕਰਾਂਗੇ, ਕਿਉਂਕਿ ਅਸੀਂ ਪੁਆਇੰਟਾਂ ਨੂੰ ਇਗਨੋਰ ਕਰਕੇ ਸਿਰਫ ਰਾਊਂਡ ਫਿਗਰ ਹੀ ਚੱਕਦੇ ਰਵਾਂਗੇ। ਠੀਕ ਹੈ, ਤਾਂ ਇਹ ਤੁਸੀਂ ਕੈਲਕੂਲੇਸ਼ਨਸ ਕਰਕੇ ਦੇਖਿਓ। ਬਟ ਇਹਦੇ ਵਿੱਚ ਨਾ ਇੱਕ ਚੀਜ਼ ਹੈ ਬੇਟਾ, ਜਿਹੜਾ ਪਹਿਲਾ ਪੁਆਇੰਟ ਹੈ ਇਹਦੀ ਕੈਲਕੂਲੇਸ਼ਨ ਗਲਤ ਹੈ। ਕਿਵੇਂ ਗਲਤ ਹੈ ਦੇਖੋ, X ਸਾਡਾ 2 ਹੈ, ਸੌਰੀ ਪਹਿਲਾਂ 1 ਸੀ, X ਤਾਂ ਅਸੀਂ ਕਹਿ ਦਿੱਤੇ 1 ਨਾਲ ਵਧਾਵਾਂਗੇ, ਚਲੋ ਠੀਕ ਹੈ, ਅਸੀਂ 2 ਤੇ ਪੁਆਇੰਟ ਕਰਤਾ। Y ਅਸੀਂ ਕੰਪਿਊਟ ਕਰ ਦਿਆਂਗੇ, M ਯਾਨੀ ਕਿ ਸਾਡਾ 4/7 ਆਇਆ ਸੀ, ਇਨਟੂ X ਸਾਡਾ ਕਿੰਨਾ ਸੀ 1, ਠੀਕ ਹੈ, ਤੇ ਪਲੱਸ B ਹੈਗੇ 3/7। ਇਹਨੂੰ ਕੈਲਕੂਲੇਟ ਕਰੋਗੇ ਤਾਂ 7/7 ਯਾਨੀ ਕਿ 1 ਆਊਗਾ।
ਇੱਕ ਤਾਂ ਅਸੀਂ ਪੁਆਇੰਟ ਲਾਤਾ। ਅਗਲੀ ਵਾਰ ਕੈਲਕੂਲੇਟ ਕਰੋਗੇ 15/7 ਯਾਨੀ ਕਿ 2.14 ਕੁਛ ਆਊਗਾ ਤਾਂ ਤੁਸੀਂ 2 ਹੀ ਮੰਨੋਗੇ, ਹੈ ਨਾ। ਇੱਦਾਂ ਕਰਕੇ ਸਾਰੇ ਤੁਸੀਂ ਪੁਆਇੰਟਸ ਕੈਲਕੂਲੇਟ ਕਰਕੇ ਦੇਖਣੇ ਕਿ ਅਸੀਂ ਲਾਈਨ ਡਰੋ ਕਿੱਦਾਂ ਕਰਾਂ, ਤਾਂ ਇਹਨਾਂ ਪੁਆਇੰਟਸ 'ਤੇ ਸਾਡੀ ਜਿਹੜੀ ਹੈ ਉਹ ਲਾਈਨ ਡਰੋ ਹੋਊਗੀ। ਜਿਹੜੇ ਇਹ ਕੈਲਕੂਲੇਸ਼ਨ ਨੇ ਤੁਹਾਡੇ ਪੇਪਰਸ ਦੇ ਵਿੱਚ ਬੇਟਾ, ਕੈਲਕੂਲੇਸ਼ਨਸ ਬਹੁਤ ਰੇਅਰ ਆਉਂਦੀਆਂ ਨੇ, ਕੈਲਕੂਲੇਸ਼ਨਸ ਨਹੀਂ ਆਉਣਗੀਆਂ, ਬਟ ਇਹ ਕੈਲਕੂਲੇਸ਼ਨ ਸਿਰਫ ਸਮਝ ਲਓ ਕਿ ਕਿੱਦਾਂ ਵਰਕਿੰਗ ਹੈ। ਇੱਕ ਇਹ ਵਾਲੀ ਐਗਜ਼ਾਮਪਲ ਤੁਹਾਡੀ ਦਿੱਤੀ ਹੋਈ ਹੈ, ਤੁਸੀਂ ਇਹ ਵੀ ਚੈੱਕ ਕਰਨਾ। ਇਹਦੇ ਵਿੱਚ ਸਲੋਪ ਇੱਕ ਤੋਂ ਵੱਡਾ, ਤੇ ਇਹਦੇ ਵਿੱਚ y ਤਾਂ ਗਰੰਟਡ ਹੈ ਕਿ 1 ਨਾਲ ਵਧੀ ਜਾਊਗੀ, ਮਤਲਬ ਸਾਡੀ ਜਿਹੜੀ y ਹੈ ਉਹ ਵਧੀ ਜਾਊਗੀ, ਬਟ x ਸਾਨੂੰ ਹਰ ਵਾਰ ਕਰਨੀ ਪਊਗੀ ਕੰਪਿਊਟ। ਕਿੱਦਾਂ ਕੰਪਿਊਟ ਕਰੋਗੇ ਤੁਸੀਂ, ਉਹ ਸਭ ਕੁਛ ਦੇਖਣਾ, ਤੇ ਇਹ ਐਗਜ਼ਾਮਪਲ ਤੁਸੀਂ ਜਿਹੜੀ ਹੈ ਉਹ ਨੋਟ ਕਰੋਗੇ। ਕਲੀਅਰ ਹੈ। ਤਾਂ ਕੈਲਕੂਲੇਸ਼ਨਸ ਤੁਹਾਨੂੰ ਨਹੀਂ ਆਉਣਗੀਆਂ, ਤੁਹਾਨੂੰ ਸਿਰਫ ਐਲਗੋ ਆਉਣੀ ਹੈ। ਐਲਗੋ ਦੀ ਇੰਪਲੀਮੈਂਟੇਸ਼ਨ ਵੀ ਆਪਾਂ ਸਮਝ ਲਈ, ਤੇ ਨੈਕਸਟ ਵੀਡੀਓ ਦੇ ਵਿੱਚ ਅਸੀਂ ਕਵਰ ਕਰਾਂਗੇ DDA ਐਲਗੋਰਿਦਮ।